ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਹਿਮਦਾਬਾਦ ਵਿੱਚ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਬਾਬਰ ਦੇ ਬਾਰੇ ਬਿਆਨ ਕੀਤਾ ਕਿ ਪਾਪ ਦੀ ਜੰਝ ਲੈ ਕੇ ਕਾਬਲ ਤੋਂ ਜਿਹੜਾ ਆਏਗਾ ਉਹ ਇੱਥੋਂ ਦੇ ਰਹਿਣ ਵਾਲਿਆਂ ਦੇ ਉੱਤੇ ਆਪਣਾ ਐਸਾ ਜ਼ੋਰ ਪਾਏਗਾ ਕਿ ਕਤਲੇਆਮ ਹੋਏਗਾ। ਉਹ ਆਪਣੀ ਤਾਕਤ ਆ ਕੇ ਅਹਿਮਦਾਬਾਦ ਵਿੱਚ ਦਿਖਾਏਗਾ। ਉਹ ਸਭ ਕੁਝ ਵਾਪਰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਔਰ ਭਾਈ ਬਾਲਾ ਜੀ, ਜਿੱਥੇ ਹੋਰ ਅਨੰਤ ਲੋਕ ਇਹਨਾਂ ਨੇ ਗ੍ਰਿਫਤਾਰ ਕੀਤੇ, ਬੰਦੀ ਬਣਾਏ, ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਬੰਦੀ ਬਣਾਇਆ। ਬਾਬਰ ਦੇ ਬੰਦੀਖਾਨੇ ਵੱਲ ਨੂੰ ਲਿਜਾ ਰਹੇ ਨੇ। ਭਾਈ ਮਰਦਾਨਾ ਜੀ ਨੂੰ ਘੋੜੇ ਦੀਆਂ ਲਗਾਮਾਂ ਪਕੜਾ ਦਿੱਤੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਭਾਰੀ ਪੰਡ ਜਿਹੜੀ ਸੀ ਇਹ ਚੁਕਾ ਦਿੱਤੀ। ਸਭਨਾਂ ਨੂੰ ਜਿਹੜਾ ਇੱਥੋਂ ਦਾ ਹਾਕਮ ਉਹ ਬੰਦੀ ਬਣਾ ਕੇ ਸਭਨਾਂ ਨੂੰ ਲਿਜਾ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ, ਭਾਈ ਮਰਦਾਨਾ ਜੀ ਬਾਣੀ ਆਈ ਹੈ, ਰਬਾਬ ਵਜਾਓ। ਭਾਈ ਮਰਦਾਨਾ ਜੀ ਨੇ ਆਖਿਆ, ਮਹਾਰਾਜ ਰਬਾਬ ਕਿਵੇਂ ਵੱਜੇਗੀ? ਜਿਹੜੇ ਹੱਥ ਵਿੱਚ ਘੋੜੇ ਦੀ ਲਗਾਮ ਪਕੜੀ ਹੈ ਉਹਨਾਂ ਹੱਥਾਂ ਦੇ ਨਾਲ ਰਬਾਬ ਕਿਵੇਂ ਵਜਾਵਾਂ? ਤੇ ਜਿਹੜੇ ਇਹ ਹੁਕਮਰਾਨ ਨੇ ਇਹ ਬੜੇ ਡਾਢੇ ਨੇ, ਤੇ ਜੇ ਇਹਨਾਂ ਦੇ ਹੁਕਮ ਦੀ ਉਲੰਘਣਾ ਹੋ ਗਈ ਜਾਂ ਘੋੜਾ ਇੱਧਰ ਉੱਧਰ ਹੋ ਗਿਆ ਤੇ ਫਿਰ ਮੇਰੀ ਖੈਰ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਤੂੰ ਸਤ ਕਰਤਾਰ 'ਤੇ ਭਰੋਸਾ ਰੱਖ, ਕਰਤਾਰ 'ਤੇ ਭਰੋਸਾ ਰੱਖ ਕੇ ਰਬਾਬ ਵਜਾ। ਉਸ ਵੇਲੇ ਫਿਰ ਆਸਾ ਰਾਗ ਦਾ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਿਆ, ਜਿਸ ਦੀ ਪਾਵਨ ਵਿਚਾਰ ਰਹਾਉ ਵਾਲੀ ਪਾਵਨ ਪੰਕਤੀ ਤੱਕ ਆਪ ਜੀ ਨੇ ਸਰਵਨ ਕੀਤੀ ਸੀ। ਇਸੇ ਹੀ ਸ਼ਬਦ ਦੀਆਂ ਰਹਿੰਦੀਆਂ ਪਾਵਨ ਪੰਕਤੀਆਂ ਦੀ ਵਿਚਾਰ ਨਾਲ ਅੱਜ ਦੇ ਆਪਾਂ ਸਮੇਂ ਦੇ ਵਿੱਚ ਜੁੜਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਕੀ ਆਖ ਰਹੇ ਨੇ, ਕੀ ਕੁਛ ਬਿਆਨ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ। ਸਕਤਾ ਸੀ ਹੋ ਮਾਰੇ ਪੈ ਵਗੈ ਖਸਮੇ ਸਾਪਰਸਾਈ। ਮਹਾਰਾਜ ਜੀ ਨੇ ਆਖਿਆ, ਸਕਤਾ ਦਾ ਅਰਥ ਹੁੰਦਾ ਸ਼ਕਤੀ ਵਾਲਾ, ਤਾਕਤਵਰ, ਜ਼ੋਰ ਵਾਲਾ। ਜੇ ਕੋਈ ਤਾਕਤਵਰ ਹੋਵੇ, ਸਿੰਘੋਂ ਦਾ ਅਰਥ ਹੁੰਦਾ ਸ਼ੇਰ, ਜਿਹਨੂੰ ਤਾਕਤਵਰ ਮੰਨਿਆ ਗਿਆ ਔਰ ਜੰਗਲ ਦਾ ਰਾਜਾ ਵੀ ਮੰਨਿਆ ਗਿਆ ਹੈ। ਕਿ ਜੇ ਕੋਈ ਸ਼ਕਤੀ ਵਾਲਾ ਸ਼ੇਰ ਜਿਹੜਾ ਵੱਗ ਜਾ ਰਿਹਾ ਹੈ ਗਈਆਂ ਤੇ ਮੱਝੀਆਂ ਦਾ, ਜੇ ਆ ਕੇ ਉਹਦੇ ਉੱਤੇ ਉਹ ਝਪਟਾ ਮਾਰ ਦੇਵੇ, ਇੱਕ ਤਾਕਤਵਰ ਇੱਕ ਸ਼ਕਤੀਵਾਨ ਸ਼ੇਰ ਜੇ ਆ ਕੇ ਗਈਆਂ ਮੱਝੀਆਂ ਉੱਤੇ ਆ ਕੇ ਹਮਲਾ ਕਰ ਦੇਵੇ ਤਾਂ ਖਸਮੇ ਸਾਹ ਪੁਰਸਾਈ, ਤਾਂ ਫਿਰ ਉਹਦੇ ਖਸਮ ਕੋਲੋਂ ਹੀ ਜਿਹੜਾ ਪੁੱਛਣਾ ਬਣਦਾ ਹੈ ਕਿ ਇਹਨੇ ਇਹ ਹਮਲਾ ਕਿਉਂ ਕਰ ਦਿੱਤਾ। ਪੁਰਸਾਈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਪੁਰਸਾਈ ਦਾ ਅਰਥ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਪੁੱਛ ਗਿੱਛ। ਇਸ ਲਈ ਮਹਾਰਾਜ ਕਹਿੰਦੇ ਖਸਮੇ ਸਾਹ ਪੁਰਸਾਈ, ਇਹ ਜਿਹੜੀ ਪੁੱਛ ਗਿੱਛ ਹੈ ਫਿਰ ਖਸਮ ਤੋਂ ਹੁੰਦੀ ਹੈ, ਉਸ ਮਾਲਕ ਦੇ ਕੋਲੋਂ ਪੁੱਛ ਗਿੱਛ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਇਹ ਸ਼ਬਦ ਗਾਇਨ ਕਰ ਰਹੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤੇ ਨਾਲ ਨਾਲ ਤੁਰੇ ਜਾਂਦੇ ਨੇ। ਘੋੜੇ ਦੀ ਲਗਾਮ ਛੱਡ ਦਿੱਤੀ, ਪਰ ਜਦੋਂ ਹੀ ਸ਼ਬਦ ਨੂੰ ਗਾਉਣਾ ਸ਼ੁਰੂ ਕੀਤਾ ਗੁਰੂ ਸਾਹਿਬ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਵਰਤੀ ਕਿ ਘੋੜਾ ਆਪਣੇ ਆਪ ਭਾਈ ਮਰਦਾਨਾ ਜੀ ਦੇ ਮਗਰ ਮਗਰ ਤੁਰਿਆ ਹੁੰਦਾ ਹੈ। ਜਿੱਥੇ ਸੱਚੀ ਬਾਣੀ ਵਰਤ ਰਹੀ ਹੋਵੇ, ਇਹ ਉਹ ਬਾਣੀ ਹੈ ਜਿਹਦੇ ਵਿੱਚ ਮਹਾਰਾਜ ਨੇ ਆਖਿਆ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਇਹ ਐਸੀ ਬਖਸ਼ਿਸ਼ ਵਾਲੀ ਬਾਣੀ ਹੈ। ਸਤਿਗੁਰੂ ਮਹਾਰਾਜ ਜੀ ਇਹ ਗਾ ਰਹੇ ਨੇ ਕਿ ਜਦੋਂ ਕੋਈ ਤਾਕਤਵਰ ਸ਼ੇਰ ਗਈਆਂ ਮੱਝੀਆਂ ਦੇ ਵੱਗ ਉੱਤੇ ਹਮਲਾ ਕਰੇ ਤਾਂ ਫਿਰ ਪੁੱਛ ਗਿੱਛ ਖਸਮ ਤੋਂ ਹੁੰਦੀ ਹੈ। ਰਤਨ ਵਿਗਾੜ ਵਿਗੋਏ ਕੁੰਤੀ ਮੂਇਆ ਸਾਰ ਨਕਾਈ। ਰਤਨ ਵਿਗਾੜ, ਇੱਥੇ ਰਤਨ ਦਾ ਅਰਥ ਹੈ ਮਨੁੱਖਾ ਜਨਮ। ਜਿਹੜੇ ਆ ਰਤਨ ਵਰਗੇ ਹੀਰੇ ਵਰਗੇ ਮਨੁੱਖਾ ਜਨਮ ਵਿੱਚ ਜੀਵ ਆਏ ਨੇ, ਇਹਨਾਂ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵਿਗਾੜ ਦਿੱਤਾ ਇਹਨਾਂ ਦੀ ਹਾਲਤ। ਜਿਹੜੇ ਜਨਮ ਮਨੁੱਖਾ ਜਨਮ ਵਿੱਚ ਆਏ ਹੋਏ ਜੀਵ ਸਨ ਰਤਨ ਵਰਗੇ, ਵਿਗਾੜ ਦਿੱਤੀ ਉਹਨਾਂ ਦੀ ਹਾਲਤ। ਇਸ ਬਾਬਰ ਦੇ ਸਿਪਾਹੀਆਂ ਨੇ ਐਸਾ ਕਹਿਰ ਵਰਤਾਇਆ ਕਿ ਸਾਰਾ ਕੁਝ ਵਿਗਾੜ ਦਿੱਤਾ। ਕੁੱਤੀ ਤੱਤੇ ਉੱਪਰ ਬਿੰਦੀ ਲਾ ਕੇ ਨਸ ਕੱਚ ਆਵਾਜ਼ ਬਹੁ ਵਚਨ ਇਹਨਾਂ ਕੁੱਤਿਆਂ ਨੇ। ਇੱਥੇ ਕਿਉਂ ਆਖਿਆ? ਕਿਉਂਕਿ ਇਹ ਹਲਕੇ ਹੋਏ ਸਨ, ਇਹ ਲੋਭ ਤੇ ਲਾਲਚ ਦੇ ਵਿੱਚ ਪਏ ਹੋਏ ਸਨ। ਔਰ ਜਿਨ੍ਹਾਂ ਉੱਤੇ ਆ ਕੇ ਹਮਲਾ ਕੀਤਾ ਹੈ ਉਹ ਵੀ ਕਹਿ ਲਓ ਕਿ ਲੋਭ ਵਿੱਚ ਲਾਲਚ ਵਿੱਚ ਹਲਕੇ ਹੋਏ ਸਨ। ਜਾਂ ਇਹਦੇ ਅਰਥ ਜਦੋਂ ਆਪਾਂ ਪੜਾਂਗੇ ਤੇ ਉੱਥੇ ਲਿਖਿਆ ਕਿ ਜੇ ਇੱਕ ਕੁੱਤਾ ਓਪਰਾ ਕਿਤੇ ਦੂਸਰੇ ਦੇ ਗਲੀ ਵਿੱਚ ਚਲਾ ਜਾਏ ਨਾ, ਤੇ ਉਹ ਗਲੀ ਵਿੱਚ ਰਹਿਣ ਵਾਲੇ ਜਿਹੜੇ ਕੁੱਤੇ ਹੁੰਦੇ ਨੇ ਉਹ ਓਪਰੇ ਨੂੰ ਵੇਖ ਕੇ ਤੇ ਉਹਨੂੰ ਉਸੇ ਵੇਲੇ ਭੌਂਕਦੇ ਆ। ਤੇ ਜੇ ਕੋਈ ਐਸੀ ਨਸਲ ਵਾਲਾ ਹੋਏਗਾ ਤੇ ਉਹਨੂੰ ਉਸੇ ਵੇਲੇ ਪਾੜ ਕੇ ਰੱਖ ਦੇਗਾ, ਚੀਰ ਕੇ ਰੱਖ ਦੇਗਾ। ਬਸ ਇਹਨਾਂ ਨੇ ਵੀ ਇਹੀ ਕੁਝ ਕੀਤਾ। ਸਾਹਿਬ ਜੀ ਨੇ ਆਖਿਆ, ਦੇਖੋ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਕੁੱਤੀ ਮੋਇਆਂ ਸਾਰ ਨਾ ਕਾਈ। ਇਹਨਾਂ ਜਾਂ ਇੱਦਾਂ ਸ਼ਬਦ ਵਰਤ ਲਵਾਂ ਕਿ ਇਹਨਾਂ ਕੁੱਤਿਆਂ ਨੇ ਐਸਾ ਆ ਕੇ ਇਸ ਰਤਨ ਵਰਗੇ ਕੀਮਤੀ ਜਨਮ ਨੂੰ ਵਿਗਾੜ ਦਿੱਤਾ। ਜਿਹੜੇ ਮੋਏ ਪਏ ਨੇ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਜਿਹੜੇ ਉੱਥੇ ਮੋਏ ਪਏ ਆ, ਸਾਹਿਬ ਜੀ ਕਹਿੰਦੇ ਉਹਨਾਂ ਦੀ ਕੋਈ ਉੱਥੇ ਸਾਰ ਲੈਣ ਵਾਲਾ ਨਹੀਂ ਹੈ। ਆਪੇ ਜੋੜ ਵਿਸੋੜੇ ਆਪੇ ਵੇਖ ਤੇਰੀ ਵਡਿਆਈ। ਤੇ ਨਾਲ ਹੀ ਕਹਿ ਰਹੇ ਆ, ਕਹਿਣ ਲੱਗੇ, ਹੇ ਕਰਤਾਰ, ਹੇ ਕਰਤਾ ਜੀ, ਇਹ ਸਾਰਾ ਕਰਿਸ਼ਮਾ ਹੈ ਤੇ ਤੁਹਾਡਾ ਹੀ ਹੈ। ਇੱਥੇ ਵਡਿਆਈ ਦਾ ਅਰਥ ਕਰਿਸ਼ਮਾ, ਵੀ ਜੋ ਵਰਤ ਰਿਹਾ ਹੈ, ਜੋ ਕਰਿਸ਼ਮਾ ਵਰਤ ਰਿਹਾ ਇਹ ਸਭ ਤੁਹਾਡਾ ਹੀ ਹੈ। ਕਿਉਂਕਿ ਆਪੇ ਜੋੜ ਵਿਛੋੜੇ ਆਪੇ, ਤੁਸੀਂ ਜੋ ਆਪਣੇ ਨਾਲ ਜੋੜਨ ਵਾਲੇ ਵੀ ਆਪ ਹੋ ਤੇ ਆਪਣੇ ਨਾਲੋਂ ਵਿਛੋੜਨ ਵਾਲੇ ਵੀ ਆਪ ਹੋ। ਤੇ ਜਦੋਂ ਇਸ ਤਰ੍ਹਾਂ ਦੀ ਗੱਲ ਆਵੇ ਉਦੋਂ ਨਾਲ ਇਹ ਗੱਲ ਕਲੀਅਰ ਕਰ ਦਿੱਤੀ ਜਾਂਦੀ ਹੈ ਵੀ ਭੁਲੇਖਾ ਨਾ ਪੈ ਜਾਏ। ਜਿਹੜੇ ਪਰਮੇਸ਼ਵਰ ਦੇ ਮਾਰਗ ਤੋਂ ਖੁੰਝੇ ਹੋਏ ਨੇ ਮਨਮੁਖ ਸਾਕਤ ਲੋਕ, ਉਹ ਫਿਰ ਕਹਿਣਗੇ, ਸਾਨੂੰ ਕਿਉਂ ਕਹਿੰਦੇ ਹੋ, ਸਾਨੂੰ ਦੋਸ਼ ਕਿਉਂ ਦਿੰਦੇ ਹੋ? ਇਹ ਤੇ ਰੱਬ ਜੀ ਨੇ ਆਪ ਸਾਨੂੰ ਆਪਣੇ ਤੋਂ ਵਿਛੋੜਿਆ ਹੋਇਆ। ਜਦੋਂ ਉਹ ਮਿਲਾਏਗਾ ਮਿਲ ਜਾਵਾਂਗੇ। ਉਹਨੇ ਵਿਛੋੜਿਆ ਵਿਛੜੇ ਹੋਏ ਆ, ਪਰ ਕਦੇ ਇਹ ਸੋਚਿਆ ਵੀ ਉਹਨੇ ਮਿਲਾਇਆ ਕਿਹਨਾਂ ਨੂੰ ਹੈ ਤੇ ਵਿਛੋੜਿਆ ਕਿਹਨਾਂ ਨੂੰ ਹੈ? ਜਦੋਂ ਇਸ ਗੱਲ ਨੂੰ ਸੋਚਾਂਗੇ ਫਿਰ ਸਮਝ ਆਏਗੀ ਕਿ ਇਹ ਸਾਰੀ ਖੇਡ ਸਾਡੇ ਕਰਮ ਦੇ ਆਧਾਰ ਤੇ ਹੈ। ਜੇ ਜਿਨ੍ਹਾਂ ਨੂੰ ਉਹਨੇ ਆਪਣੇ ਨਾਲ ਜੋੜਿਆ ਉਹਨਾਂ ਦੇ ਕਰਮ ਚੰਗੇ ਸਨ, ਤੇ ਜਿਨ੍ਹਾਂ ਨੂੰ ਆਪਣੇ ਤੋਂ ਅਲੱਗ ਕਰਕੇ ਵਿਛੋੜ ਦਿੱਤਾ ਉਹਨਾਂ ਦੇ ਕਰਮ ਮਾੜੇ ਸਨ। ਕਰਮ ਦੀ ਖੇਡ ਹੈ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ।
ਕਰਮ ਚੰਗਾ ਕਰਾਂਗੇ ਤੇ ਨੇੜੇ ਹੋ ਜਾਾਂਗੇ, ਮਾੜਾ ਕਰਾਂਗੇ ਤੇ ਦੂਰ ਹੋ ਜਾਾਂਗੇ। ਇਸ ਲਈ ਇਹ ਮਾਲਕ ਜੀ, ਇਹ ਸਾਰੀ ਵਡਿਆਈ ਤੁਹਾਡੀ ਹੈ, ਜੋ ਕਰਿਸ਼ਮਾ, ਜੋ ਕੌਤਕ ਵਰਤ ਰਿਹਾ, ਜਿਹਨੂੰ ਤੁਸੀਂ ਆਪ ਵੇਖ ਰਹੇ ਹੋ। ਆਪੇ ਜੋੜ ਵਿਛੋੜੇ, ਆਪੇ ਜੋੜ ਕੇ ਫਿਰ ਉਹਨਾਂ ਨੂੰ ਵਿਛੋੜਦੇ ਵੀ ਤੁਸੀਂ ਆਪ ਹੋ। ਵੇਖ ਤੇਰੀ ਵਡਿਆਈ ਹੈ ਕਰਤਾਰ, हे ਵਾਹਿਗੁਰੂ ਜੀ, ਇਹ ਸਭ ਕਰਿਸ਼ਮਾ ਤੁਹਾਡਾ ਹੀ ਵਰਤ ਰਿਹਾ ਹੈ। ਜੇ ਕੋ ਨਾ ਹੋ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਹੁਣ ਇਹ ਪੰਕਤੀਆਂ ਬੜੇ ਧਿਆਨ ਨਾਲ ਸਮਝਿਓ। ਜੇ ਕੋਈ ਧਨ ਪਦਾਰਥ ਪਾ ਕੇ ਆਪਣੇ ਆਪ ਨੂੰ ਵੱਡਾ ਅਖਾਉਣ ਲੱਗ ਜਾਏ, ਆਪਣੇ ਮੂੰਹੋਂ ਆਖਣ ਲੱਗ ਜਾਏ ਵੀ ਮੈਂ ਬਹੁਤ ਵੱਡਾ ਹਾਂ, ਮੇਰੇ ਕੋਲ ਧਨ ਬਹੁਤ ਹੈ, ਜ਼ਮੀਨ ਬਹੁਤ ਹੈ, ਜਾਇਦਾਦ ਬਹੁਤ ਹੈ, ਮੇਰੇ ਕੋਲ ਅਹੁਦਾ ਬੜਾ ਉੱਚਾ ਹੈ। ਜੇ ਕੋਈ ਆਪਣੇ ਆਪ ਨੂੰ ਵੱਡਾ ਅਖਾਉਣ ਲੱਗ ਜਾਏ ਔਰ ਵੱਡਾ ਅਖਾ ਕੇ ਫਿਰ ਮਨ ਪਾਉਂਦੀਆਂ ਰੰਗ ਰਲੀਆਂ ਮੰਨਣ ਲੱਗ ਜਾਏ, ਤਰ੍ਹਾਂ ਦੇ ਸਵਾਦ ਮੰਨਣ ਲੱਗ ਜਾਏ, ਜਦੋਂ ਆਪਣੇ ਅੰਦਰ ਮਾਣ ਆ ਗਿਆ ਨਾ ਕਿ ਮੈਂ ਹਾਂ, ਵੀ ਮੈਂ ਬਹੁਤ ਵੱਡਾ ਹਾਂ, ਮੇਰਾ ਨਾਮਣਾ ਬਹੁਤ ਹੈ, ਮੈਂ ਜੋ ਚਾਹਾਂ ਕਰ ਸਕਦਾ, ਜੋ ਚਾਹਾਂ ਕਰਵਾ ਸਕਦਾ। ਹੁਣ ਜਿਹੜਾ ਆਪਣੇ ਅੰਦਰ ਇਹ ਮਾਣ ਹੰਕਾਰ ਰੱਖ ਕੇ ਬੈਠਾ ਹੋਇਆ, ਤਰ੍ਹਾਂ ਦੇ ਹੰਕਾਰ ਵਿੱਚ ਸਵਾਦ ਮਾਣਦਾ ਹੈ। ਸਾਹਿਬ ਜੀ ਕਹਿੰਦੇ ਜੇ ਕੋ ਨਾਮ ਧਰਾਏ ਵੱਡਾ, ਆਪਣਾ ਨਾਮ ਧਰਾ ਲਵੇ ਵੱਡਾ ਦਾ ਮਤਲਬ ਮੈਂ ਬਹੁਤ ਵੱਡਾ ਹੋ ਗਿਆ, ਉਮਰ ਕਰਕੇ ਨਹੀਂ, ਹੰਕਾਰ ਕਰਕੇ ਕੋਈ ਆਪਣਾ ਨਾਮ ਵੱਡਾ ਧਰਾ ਲਵੇ। ਸਾਧ ਕਰੇ ਮਨ ਭਾਣੇ, ਤੇ ਮਨ ਭਾਉਂਦੇ ਸਵਾਦ ਮੰਨਣ ਲੱਗ ਜਾਏ, ਮਨ ਭਾਉਂਦੀਆਂ ਰੰਗ ਰਲੀਆਂ ਮੰਨਣ ਲੱਗ ਜਾਏ। ਜੇ ਕੋਈ ਇਸ ਤਰ੍ਹਾਂ ਦਾ ਜੀਵ ਪ੍ਰਾਣੀ ਹੁੰਦਾ ਹੈ, ਖਸਮੈ ਨਦਰੀ ਕੀੜਾ ਵੈ, ਜੇਤੇ ਚੁਗੈ ਦਾਣੇ। ਸਾਹਿਬ ਕਹਿੰਦੇ ਇਹੋ ਜਿਹੇ ਹੰਕਾਰੀ ਜਿਹੜੇ ਆਪਣੇ ਆਪ ਨੂੰ ਵੱਡੇ ਅਖਾਉਂਦੇ ਆ, ਇਹ ਉਸ ਖਸਮ ਮਾਲਕ ਦੀ ਨਜ਼ਰ ਵਿੱਚ ਇੱਕ ਨਿੱਕੇ ਜਿਹੇ ਕੀੜੇ ਦੀ ਤਰ੍ਹਾਂ ਨੇ। ਉਹ ਮਾਲਕ ਉਹਨਾਂ ਨੂੰ ਇੱਕ ਨਿੱਕੇ ਜਿਹੇ ਕੀੜੀ ਦੀ ਤਰ੍ਹਾਂ ਸਮਝਦੇ ਆ ਵੀ ਤੂੰ ਆਪਣੇ ਆਪ ਨੂੰ ਵੱਡਾ ਅਖਾਉਣਾ, ਪਰ ਮੇਰੀ ਨਜ਼ਰ ਵਿੱਚ ਤਾਂ ਇੱਕ ਮਾਮੂਲੀ ਜਿਹੀ, ਤੂੰ ਨਿੱਕੀ ਜਿਹੀ ਕੀੜੀ ਹੈ, ਤੂੰ ਇੰਨਾ ਘਮੰਡ, ਇੰਨਾ ਹੰਕਾਰ ਨਾ ਕਰ। ਉਸ ਮਾਲਕ ਦੀ ਨਜ਼ਰ ਨਾਲ ਵੱਡੇ ਹੋਵਾਂਗੇ ਤਾਂ ਵਡਿਆਈਆਂ ਸਾਨੂੰ ਵੱਡੇ ਦੇ ਘਰੋਂ ਮਿਲਣਗੀਆਂ, ਤੇ ਜੇ ਆਪਣੇ ਘਮੰਡ, ਆਪਣੇ ਹੰਕਾਰ ਵਿੱਚ ਆ ਕੇ ਵੱਡੇ ਹੋਵਾਂਗੇ ਤੇ ਉਸ ਮਾਲਕ ਦੀ ਦਰ ਤੇ ਸਾਡੀ ਬਾਤ ਵੀ ਨਹੀਂ ਪੁੱਛੀ ਜਾਣੀ। ਅਸੀਂ ਜਿੰਨਾ ਮਰਜ਼ੀ ਭਾਵੇਂ ਉਮਰ ਕਰਕੇ ਵੱਡੇ ਹੋ ਜਾਈਏ ਤੇ ਭਾਵੇਂ ਨਾਮਣਾ ਕਰਕੇ ਵੱਡੇ ਹੋ ਜਾਈਏ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ। ਤਾਂ ਬਾਤ ਨਾ ਪੁੱਛਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਇੱਕ ਨੁਕਤਾ ਦਿੱਤਾ ਹੈ। ਜਿਹੜੇ ਸੋਦਰ ਦੀ ਬਾਣੀ ਦਾ ਪਾਠ ਰੋਜ਼ ਕਰਦੇ ਆ, ਉਹ ਰੋਜ਼ ਪੜ੍ਹਦੇ ਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰੂ ਘਰ ਵਿੱਚ ਕਦੇ ਵੱਡਾ ਹੋ ਕੇ ਨਾ ਆ, ਕਦੇ ਆਪਣੇ ਅੰਦਰ ਇਹ ਮਾਣ ਹੰਕਾਰ ਰੱਖ ਕੇ ਨਾ ਆ ਵੀ ਮੈਂ ਬਹੁਤ ਵੱਡਾ ਹਾਂ, ਮੇਰਾ ਅਹੁਦਾ ਵੱਡਾ ਹੈ, ਮੈਂ ਜ਼ਮੀਨ ਜਾਇਦਾਦ ਵਿੱਚ ਵੱਡਾ ਹਾਂ, ਧਨ ਪਦਾਰਥਾਂ ਵਿੱਚ ਵੱਡਾ ਹਾਂ, ਵਿਦਵਤਾ ਦੇ ਵਿੱਚ ਵੱਡਾ ਹਾਂ, ਮੈਂ ਸੁੰਦਰਤਾ ਦੇ ਵਿੱਚ ਵੱਡਾ ਹਾਂ, ਗਿਆਨ ਕਈ ਪ੍ਰਕਾਰ ਦੇ ਵਿੱਚ ਮਾਣ ਆ ਜਾਂਦਾ ਹੈ, ਮੈਂ ਗਿਆਨ ਵਿੱਚ ਵੱਡਾ ਹਾਂ, ਜਾਂ ਮੈਂ ਸੇਵਾ ਦੇ ਵਿੱਚ ਬਹੁਤ ਵੱਡਾ ਹਾਂ, ਕਈ ਪ੍ਰਕਾਰ ਦਾ ਅੰਦਰ ਮਾਣ ਹੰਕਾਰ ਆ ਜਾਂਦਾ ਹੈ। ਪਰ ਗੁਰੂ ਰਾਮਦਾਸ ਜੀ ਕਹਿੰਦੇ ਆ ਜੇ ਤੂੰ ਆਪਣੇ ਆਪ ਵਿੱਚ ਵੱਡਪਨ, ਇਹ ਵੱਡਾ ਹੰਕਾਰ ਘਮੰਡ ਰੱਖ ਕੇ ਆਏਗਾ ਤੇ ਉਸ ਮਾਲਕ ਦੀ ਨਜ਼ਰ ਤੇਰੇ ਤੇ ਨਹੀਂ ਹੋਣੀ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਕਿਉਂਕਿ ਉਹ ਹੰਕਾਰ ਵਾਲਿਆਂ ਨੂੰ ਵੱਲ ਪਿੱਠ ਕਰ ਲੈਂਦਾ ਹੈ, ਉਹ ਹੰਕਾਰ ਵਾਲਿਆਂ ਦੇ ਵੱਲੋਂ ਮੁੱਖ ਫੇਰ ਲੈਂਦਾ ਹੈ। ਉਹ ਜਿਹੜੇ ਕਹਿੰਦੇ ਆ ਮੈਂ ਵੱਡਾ ਹਾਂ, ਉਹਨਾਂ ਵੱਲ ਮਾਲਕ ਦੀ ਪਿੱਠ ਹੋ ਜਾਂਦੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਫਿਰ ਸਾਨੂੰ ਆਉਣਾ ਕਿਵੇਂ ਚਾਹੀਦਾ ਹੈ? ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਆਓ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ। ਇੱਕ ਨਿੱਕਾ ਜਿਹਾ ਕੀੜਾ ਬਣ ਕੇ ਆਓ, ਤੇ ਜਦੋਂ ਨਿੱਕਾ ਜਿਹਾ ਕੀੜਾ ਬਣ ਕੇ ਜਿਹੜਾ ਆਪਣੇ ਤੇ ਮਾਣ ਨਹੀਂ ਕਰਦਾ, ਘਮੰਡ ਨਹੀਂ ਕਰਦਾ, ਤੇ ਫਿਰ ਜਦੋਂ ਇਸ ਤਰ੍ਹਾਂ ਆਵਾਂਗੇ ਫਿਰ ਕੀੜਾ ਥਾਪ ਦੇ ਪਾਤਸ਼ਾਹੀ, ਫਿਰ ਉਹ ਇੱਕ ਨਿੱਕੇ ਜਿਹੇ ਕੀੜੇ ਨੂੰ ਵੀ ਪਾਤਸ਼ਾਹੀਆਂ ਬਖਸ਼ ਦਿੰਦਾ ਹੈ। ਤੇ ਜੇ ਪਾਤਸ਼ਾਹੀਆਂ ਦਾ ਮਾਣ ਕੋਈ ਲੈ ਕੇ ਆਵੇ, ਜੇ ਕੋਈ ਘਮੰਡ ਹੰਕਾਰ ਵਿੱਚ ਆਵੇ, ਫਿਰ ਨਦਰ ਉਹ ਪੱਟੀ ਜੇ ਕਰੈ, ਸੁਲਤਾਨਾ ਘਾਉ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ। ਮਹਾਰਾਜ ਕਹਿੰਦੇ ਜੇ ਤੂੰ ਹੰਕਾਰ ਰੱਖ ਕੇ ਆਏਗਾ ਮੈਂ ਵੱਡਾ ਹਾਂ, ਤੇ ਜੇ ਉਹਦੀ ਨਜ਼ਰ ਪੁੱਠੀ ਪੈ ਗਈ ਤੇ ਫਿਰ ਤੂੰ ਘਾਹ ਮੰਗੇਗਾ, ਤੂੰ ਮੰਗਣ ਵਾਸਤੇ ਜਾਏਗਾ ਤੇ ਤੇਰੀ ਝੋਲੀ ਵਿੱਚ ਕੋਈ ਕੁਝ ਖੈਰ ਵੀ ਨਹੀਂ ਪਾਏਗਾ। ਦਰ ਮੰਗਣ ਭਿੱਖ ਨਾ ਪਾਏਂਦਾ, ਤੈਨੂੰ ਦਰ ਤੇ ਗਿਆ ਹੋਇਆ ਵੀ ਕੁਝ ਨਸੀਬ ਨਹੀਂ ਹੋਣਾ। ਤੇ ਜੇ ਤੂੰ ਆਏਗਾ ਇੱਕ ਕਿਰਮ ਦੀ ਤਰ੍ਹਾਂ ਨਿਮਾਣਾ ਜਾ ਹੋ ਕੇ ਆਏਗਾ, ਕਿਉਂਕਿ ਨਿਮਾਣੀਆਂ ਨੂੰ ਮਾਣ ਮਿਲਦਾ ਹੈ, ਨਿਤਾਣੀਆਂ ਨੂੰ ਤਾਣ ਮਿਲਦਾ ਹੈ, ਫਿਰ ਉਹ ਨਿੱਕੇ ਜਿਹੇ ਕੀੜੇ ਨੂੰ ਵੀ ਪਾਤਸ਼ਾਹੀ ਦਿੰਦਾ ਹੈ। ਗੁਰੂ ਰਾਮਦਾਸ ਜੀ ਤੁਹਾਡੇ ਤੋਂ ਵੱਧ ਕੌਣ ਜਾਣ ਸਕਦਾ ਹੈ? ਤੁਸੀਂ ਆਪਣੇ ਮੁਖ ਤੋਂ ਆਪ ਬਿਆਨ ਕਰਦੇ ਹੋ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰੂ ਸੰਗ ਕੀਰੇ ਹਮ ਥਾਪੇ। ਇਸ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਕੋ ਨਾਉ ਧਰਾਏ ਵੱਡਾ, ਉਸ ਘਮੰਡ, ਉਸ ਹੰਕਾਰ ਦੇ ਵਿੱਚ ਸਾਧ ਕਰੇ ਮਨ ਭਾਣੇ, ਮਨ ਭਾਉਂਦੇ ਸਵਾਦ ਮੰਨਣ ਲੱਗ ਜਾਏ, ਫਿਰ ਕੀ ਹੋਏਗਾ? ਖਸਮੈ ਨਦਰੀ ਕੀੜਾ ਵੈ। ਉਹ ਖਸਮ ਮਾਲਕ ਦੀ ਨਜ਼ਰ ਵਿੱਚ ਇੱਕ ਨਿੱਕਾ ਜਿਹਾ ਕੀੜਾ ਹੈ, ਹੋਰ ਕੁਝ ਵੀ ਨਹੀਂ ਹੈ। ਉਹਦੀ ਨਜ਼ਰ ਦੇ ਵਿੱਚ ਉਹ ਇੱਕ ਨਿੱਕਾ ਜਿਹਾ ਕੀੜਾ ਹੈ, ਜਿੱਤੇ ਚੁੱਗਹਿ ਦਾਣੇ, ਜਿਹੜਾ ਇੱਕ ਦਾਣਾ ਚੁੱਗਦਾ ਫਿਰਦਾ ਹੈ। ਤੇ ਅਸੀਂ ਵੀ 4 ਦਾਣੇ ਇਕੱਠੇ ਕਰਕੇ ਤੇ ਹੰਕਾਰ ਕਰਨ ਲੱਗ ਜਾਈਏ, 4 ਗੱਜ ਜ਼ਮੀਨ ਲੈ ਕੇ ਬੰਦਾ ਘਮੰਡ ਕਰਨ ਲੱਗ ਜਾਏ, ਤੇ ਮਹਾਰਾਜ ਕਹਿੰਦੇ ਫਿਰ ਤੇਰੇ ਵਿੱਚ ਤੇ ਉਸ ਕੀੜੇ 'ਚ ਕੋਈ ਫਰਕ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ, ਮਰ ਮਰ ਜੀਵੈ ਤਾਂ ਕਿਸ ਪਾਏ, ਨਾਨਕ ਨਾਮ ਵਖਾਣੈ। ਸਾਹਿਬ ਜੀ ਕਹਿੰਦੇ ਮਰ ਮਰ ਜੀਵੈ, ਮਰ ਦੇ ਰਾਰੇ ਨੂੰ ਸਿਹਾਰੀ, ਮਰ ਕੇ ਫਿਰ ਜੀਵੇ। ਜਿਹੜਾ ਆਪਣੇ ਆਪ ਨੂੰ ਮਾਰ ਕੇ ਜੀਵੇ। ਆਪਣਾ ਆਪ ਕਿਵੇਂ ਮਾਰਨਾ ਹੈ? ਇਹ ਨਹੀਂ ਵੀ ਇੱਥੇ ਆ ਕੇ ਸਵਾਸ ਛੱਡ ਦੇਣਾ, ਇਹਦਾ ਮਤਲਬ ਇਹ ਨਹੀਂ ਵੀ ਇੱਥੇ ਆ ਕੇ ਆਪਾਂ ਸੁਪਰਾਣ ਦੇ ਦੇਣੇ ਆ। ਮਰ ਕੇ ਜੀਵੇ ਦਾ ਮਤਲਬ ਹੈ ਆਪਣੇ ਉਹ ਵੱਡਾਪਨ ਜਿਹੜਾ ਉਹਨੂੰ ਮਾਰਨਾ ਹੈ ਅੰਦਰੋਂ। ਮੈਂ ਵੱਡਾ ਹਾਂ, ਮੈਂ ਗਿਆਨੀ ਹਾਂ, ਮੈਂ ਪੰਡਤ ਹਾਂ, ਮੈਂ ਧਨਾੜ ਹਾਂ, ਮੈਂ ਸ਼ਾਹੂਕਾਰ ਹਾਂ, ਇਹ ਮੈਂ ਨੂੰ ਅੰਦਰੋਂ ਮਾਰਨਾ। ਤੇ ਇਸ ਮੈਂ ਨੂੰ ਮਾਰਨਾ ਸੌਖਾ ਨਹੀਂ ਹੈ। ਮਹਾਰਾਜ ਕਹਿੰਦੇ ਸ਼ਬਦ ਨਾਲ ਇਹ ਮੈਂ ਅੰਦਰੋਂ ਮਰਨੀ ਆ। ਜਿਨ੍ਹਾਂ ਨੇ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਕੇ ਜਿਉਣਾ ਕੀਤਾ, ਉਹੀ ਨਾਮ ਦੀ ਕਮਾਈ ਕਰ ਸਕਦੇ ਆ। ਜਿਨ੍ਹਾਂ ਨੇ ਆਪਣਾ ਆਪਾ ਨਹੀਂ ਮਾਰਿਆ, ਉਹ ਨਾਮ ਦਾ ਅਭਿਆਸ ਵੀ ਨਹੀਂ ਕਰ ਸਕਦੇ, ਉਹ ਨਾਮ ਦੇ ਅਭਿਆਸੀ ਵੀ ਨਹੀਂ ਹੋ ਸਕਦੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਵਿੱਚ ਆਪਣੇ ਆਪ ਨੂੰ ਮਾਰਨਾ ਹੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੇ ਵਿਕਾਰ ਮਾਰਦੇ ਹੋ, ਬੁਰਾਈਆਂ ਮਾਰਦੇ ਹੋ, ਆਪਣੇ ਅੰਦਰ ਦਾ ਇਹ ਹਉਮੈ ਹੰਕਾਰ ਨੂੰ ਮਾਰਦੇ ਹੋ। ਜਦੋਂ ਇਹਨੂੰ ਮਾਰ ਕੇ ਜੀਵੋਗੇ ਫਿਰ ਕੋਈ ਵਿਕਾਰ ਤੁਹਾਡੀ ਜ਼ਮੀਰ ਨੂੰ ਨਹੀਂ ਮਾਰ ਸਕਦਾ, ਕੋਈ ਵੀ ਵਿਕਾਰ ਤੁਹਾਡੀ ਇਨਸਾਨੀਅਤ ਨੂੰ ਨਹੀਂ ਖਤਮ ਕਰ ਸਕਦਾ। ਫਿਰ ਤੁਸੀਂ ਸਦਾ ਵਾਸਤੇ ਇਨਸਾਨੀਅਤ ਦੇ ਤਲ ਤੇ ਜੀ ਸਕਦੇ ਹੋ। ਅੱਜ ਇਨਸਾਨ ਤੇ ਹੈ, ਇਨਸਾਨੀਅਤ ਨਹੀਂ ਹੈ। ਅੱਜ ਮਨੁੱਖ ਤਾਂ ਬਹੁਤ ਨੇ ਪਰ ਮਨੁੱਖਤਾ ਬਹੁਤ ਘੱਟ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਮਰ ਮਰ ਜੀਵੈ, ਜਿਹੜਾ ਆਪਣੇ ਆਪ ਨੂੰ ਮਾਰ ਕੇ ਜਿਉਂਦਾ ਹੈ। ਤੇ ਸਾਨੂੰ ਗੁਰੂ ਸਾਹਿਬ ਨੇ ਕੀ ਕਿਹਾ ਸੀ ਕਿ ਜੇ ਤੂੰ ਮੇਰੇ ਕੋਲ ਆਉਣਾ ਤੇ ਕਿਵੇਂ ਆਉਣਾ? ਪਹਿਲਾਂ ਮਰਨ ਕਬੂਲ। ਅਸੀਂ ਇਹ ਪਹਿਲੇ ਤੇ ਹੀ ਥਿੜਕ ਜਾਾਂਗੇ,
ਜਦੋਂ ਅਸੀਂ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਤੇ ਆਪਣੇ ਆਪ ਨੂੰ ਰੱਖਾਂਗੇ ਤੇ ਪਹਿਲੇ ਕਦਮ ਤੇ ਹੀ ਥਿੜਕ ਜਾਾਂਗੇ। ਪਹਿਲਾ ਮਰਨ ਕਬੂਲ, ਕਿੰਨਿਆਂ ਨੇ ਇਹ ਕਬੂਲ ਕਰ ਲਿਆ? ਜਦੋਂ ਅਸੀਂ ਗੁਰੂ ਦੇ ਦਰ ਤੇ ਐਂਟਰ ਹੁੰਦੇ ਹਾਂ, ਆਉਂਦੇ ਹਾਂ, ਪ੍ਰਵੇਸ਼ ਕਰਦੇ ਹਾਂ, ਪਹਿਲਾ ਮਰਨ ਕਬੂਲ ਕਿੰਨਿਆਂ ਨੇ ਕਬੂਲ ਕਰ ਲਿਆ? ਆਪਣੇ ਅੰਦਰ ਦੀ ਮੈਂ ਨੂੰ ਖਤਮ ਕਿਹਨੇ ਕਰ ਲਿਆ? ਜੀਵਨ ਦੀ ਆਸ ਛੱਡ ਕੇ ਕਿਹੜਾ ਆ ਰਿਹਾ? ਅਸੀਂ ਤੇ ਲੰਮੀਆਂ ਉਮਰਾਂ ਦੀਆਂ ਅਰਦਾਸਾਂ ਕਰਾਉਣ ਆ ਰਹੇ ਹਾਂ। ਅਸੀਂ ਤੇ ਅਰਦਾਸਾਂ ਵਿੱਚ ਕਹਿ ਰਹੇ ਹਾਂ ਕਿ ਇਹਨਾਂ ਦੀ ਲੰਮੀਆਂ ਉਮਰਾਂ ਹੋਣ, ਪਰ ਮਹਾਰਾਜ ਕਹਿੰਦੇ ਆ ਜਿੰਨਾ ਜ਼ਿੰਦਗੀ ਦਾ ਸਵਾਸ ਮਿਲਿਆ ਉਨਾ ਹੀ ਮਿਲਣਾ ਹੈ। ਇਸ ਲਈ ਇੱਥੇ ਸਾਡੀ ਅਰਦਾਸ ਸੀ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਛੱਡ ਕੇ ਆਉਣਾ ਸੀ। ਹੋ ਸਭਨਾ ਕੀ ਰੇਣੁਕਾ, ਇੰਨੀ ਨਿਮਰਤਾ ਚਾਹੀਦੀ ਸੀ ਅੰਦਰ, ਸਭਨਾ ਦੇ ਚਰਨਾਂ ਦੀ ਧੂੜੀ ਬਣ ਕੇ ਬੈਠਣਾ ਸੀ। ਤੇ ਜੇ ਕਿਤੇ ਇੱਥੇ ਮਾੜਾ ਜਾਂ ਕੋਈ ਬੈਠਿਆ ਟੱਚ ਕਰ ਗਿਆ ਤੇ ਅੱਖਾਂ ਕੱਢ ਲੈਂਦਾ ਬੰਦਾ। ਜੇ ਕਿਤੇ ਮਾੜੀ ਦੀ ਕੋਈ ਗੱਲ ਹੋ ਜਾਏ ਤੇ ਅੱਖਾਂ ਲਾਲ ਕਰਕੇ ਕਹਿੰਦਾ ਤੂੰ ਬਾਹਰ ਆਈ, ਤੈਨੂੰ ਵੇਖਾਂਗਾ। ਇਹ ਚਰਨਾਂ ਦੀ ਧੂੜੀ ਤਾਂ ਬਣੀ ਨਹੀਂ ਹਜੇ। ਅਸੀਂ ਸਭ ਕਹਿੰਦੇ ਹੋ ਸਭਨਾ ਕੀ ਰੇਣੁਕਾ, ਰੇਣੁਕਾ ਦਾ ਅਰਥ ਨਿਮਰਤਾ ਇੰਨੀ ਹੋਣੀ ਚਾਹੀਦੀ ਹੈ ਮਨ ਵਿੱਚ। ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ, ਤਾਂ ਤੂੰ ਮੇਰੇ ਕੋਲ ਆ। ਜੇ ਤੂੰ ਇਸ ਤਰ੍ਹਾਂ ਆਵੇਂਗਾ ਫਿਰ ਸੱਚ ਜਾਣੀ ਪਤਾ ਨਹੀਂ ਕਿੰਨੀਆਂ ਪਾਤਸ਼ਾਹੀਆਂ ਤੇਰੇ ਕਦਮਾਂ 'ਚ ਹੋਣਗੀਆਂ, ਕਿੰਨੇ ਸੁੱਖ ਤੇਰੇ ਕਦਮਾਂ 'ਚ ਹੋਣਗੇ। ਪਰ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਉਵੇਂ ਅਸੀਂ ਆ ਜਾਈਏ। ਜਿਹੜੇ ਆਉਂਦੇ ਆ ਮੁਬਾਰਕ ਨੇ, ਪਰ ਜਿਹੜੇ ਨਹੀਂ ਆਏ ਮਹਾਰਾਜ ਉਹਨਾਂ ਤੋਂ ਵੀ ਸਮੱਤ ਬਖਸ਼ਣ ਕਿ ਅਸੀਂ ਇੱਥੇ ਕੋਈ ਮਾਣ, ਕੋਈ ਹੰਕਾਰ, ਕੋਈ ਤਾਣ ਲੈ ਕੇ ਨਹੀਂ ਆਉਣਾ। ਅਸੀਂ ਇੱਥੇ ਨਿਮਾਣੇ ਨਿਤਾਣੇ ਹੋ ਕੇ ਆਉਣਾ। ਇੱਥੇ ਆ ਕੇ ਸਾਡੀ ਇਹੀ ਬੇਨਤੀ ਹੈ, ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ, ਜਿਉਂ ਪਾਵੈ ਤਿਵੇਂ ਬਖਸ਼। ਸਾਡੀ ਬੇਨਤੀ ਇਹੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਗੋ, ਬਿਖਮ ਨਦੀ ਜਾਏ ਤਰਨੀ। ਸਾਡੀ ਇਹ ਬੇਨਤੀ ਹੈ। ਸਾਹਿਬ ਜੀ ਕਹਿੰਦੇ ਮਰ ਮਰ ਜੀਵ ਹੈ ਤਾਂ ਕਿਛ ਪਾਏ, ਜਦੋਂ ਆਪਣੇ ਆਪ ਨੂੰ ਮਾਰ ਕੇ ਜੀਵੇਗਾ ਤਾਂ ਕੁਛ ਮਿਲਣਾ ਹੈ, ਤਾਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਣੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਕਦੋਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਦਾ ਸਰੂਪ ਦਿੱਤਾ? ਜਦੋਂ ਪ੍ਰੀਖਿਆਵਾਂ ਹੁੰਦੀਆਂ ਗੱਲ ਮੁਰਦੇ ਤੇ ਆ ਗਈ। ਸਾਹਿਬ ਕਹਿੰਦੇ ਭਾਈ ਲਹਿਣਿਆ ਪਿਛਾਂ ਮੁੜ ਜਾ। ਸਾਰੇ ਮੁੜ ਗਏ। ਸਤਿਗੁਰੂ ਮਹਾਰਾਜ ਮੈਂ ਨਹੀਂ ਵਾਪਸ ਮੁੜਨਾ, ਕਿਉਂਕਿ ਮੇਰਾ ਥਾਂ ਤੁਹਾਡੇ ਚਰਨਾਂ ਦੇ ਵਿੱਚ ਹੈ। ਮੈਂ ਤਾਂ ਤੁਹਾਡੇ ਨਾਲ ਇੰਨਾ ਨੇਹ ਪਾ ਲਿਆ ਕਿ ਜਿਸ ਪਿਆਰੇ ਸੇ ਨੇਹੋ ਤਿਸ ਆਗੇ ਮਰ ਚਲੀਏ, ਧ੍ਰਿਗ ਜੀਵਨ ਸੰਸਾਰ ਤਾਂ ਕੇ ਪਛੈ ਜੀਵਨਾ। ਮੈਂ ਕਿੱਥੇ ਜਾਵਾਂ? ਸਾਹਿਬ ਕਹਿੰਦੇ ਜੇ ਮੇਰੇ ਮਗਰ ਆਉਣਾ ਤੇ ਮੁਰਦਾ ਖਾ। ਫਿਰ ਇਸ ਅੱਗੋਂ ਹੱਥ ਜੋੜ ਕੇ ਆਖਿਆ ਮਹਾਰਾਜ ਕਿੱਥੋਂ ਸ਼ੁਰੂ ਕਰਾਂ? ਬਸ ਇੰਨੀ ਗੱਲ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਮਹਾਰਾਜ ਨੇ ਮੁਰਦੇ ਨਹੀਂ ਸੀ ਆਪਣੇ ਸੇਵਕਾਂ ਸਿੱਖਾਂ ਨੂੰ ਖਵਾਉਣੇ। ਅੰਦਰੋਂ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਉਹ ਮੁਰੀਦ ਬਣਨ ਲਈ ਮੁਰਦਾ ਹੋਣਾ ਪੈਂਦਾ ਅੰਦਰੋਂ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਤਾਂ ਕਿਛ ਪਾਏ, ਤਾਂ ਕੁਛ ਬਖਸ਼ਿਸ਼ਾਂ ਮਿਲਦੀਆਂ ਨੇ। ਨਾਨਕ ਨਾਮ ਵਖਾਣੇ, ਉਹ ਫਿਰ ਪਰਮੇਸ਼ਵਰ ਦੇ ਨਾਮ ਨੂੰ ਸਿਮਰਦਾ ਹੈ। ਉਹ ਫਿਰ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰਦਾ ਹੈ। ਉਹ ਕਦੇ ਆਪਣੇ ਅੰਦਰ ਮਾਣ ਨਹੀਂ ਕਰਦਾ ਮੈਂ ਵੱਡਾ ਹਾਂ। ਉਹ ਕਦੇ ਹੰਕਾਰ ਨਹੀਂ ਕਰਦਾ ਵੀ ਮੈਂ ਇੰਨੀ ਤਾਕਤ ਦਾ ਮਾਲਕ ਹਾਂ। ਨਹੀਂ ਤਾਂ ਸਾਹਿਬ ਕਹਿੰਦੇ ਜਦ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਅਸੀਂ ਇਹ ਕਹਿਣਾ ਨਹੀਂ ਨਾ ਛੱਡਦੇ ਕਿ ਮੈਂ ਇਹ ਕੀਤਾ, ਮੈਂ ਉਹ ਕੀਤਾ, ਮੈਂ ਆਹ ਕਰ ਦਿਆਂਗਾ, ਮੈਂ ਆਹ ਕਰਕੇ ਵਿਖਾ ਦਿਆਂਗਾ, ਸਾਹਿਬ ਕਹਿੰਦੇ ਜੰਮਣ ਮਰਨ ਆਵਾਗਮਨ ਤੋਂ ਛੁਟਕਾਰਾ ਨਹੀਂ ਹੋਣਾ। ਉਹਨਾਂ ਚਿਰ ਆਵਾਗਮਨ ਗਰਭ ਜੋਨੀ ਤੋਂ ਛੁਟਕਾਰਾ ਨਹੀਂ ਮਿਲਣਾ। ਸੁਖੀ ਕੌਣ ਹੈ ਤੇ ਦੁਖੀ ਕੌਣ ਹੈ? ਇੱਕੋ ਹੀ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੱਸ ਦਿੱਤਾ। ਮਹਾਰਾਜ ਕਹਿੰਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹਨੇ ਆਪਣੇ ਆਪ ਨੂੰ ਵੱਡਾ ਅਖਾਇਆ, ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ, ਉਹ ਚਿੰਤਾ ਦੇ ਰੋਗ ਵਿੱਚ ਗਰਸੇ ਪਏ ਨੇ। ਇਸ ਲਈ ਜਦੋਂ ਇੱਥੇ ਆ ਕੇ ਅਸੀਂ ਅਰਦਾਸ ਕਰਨੀ ਆ, ਉਦੋਂ ਇਹੀ ਬੇਨਤੀ ਕਰਨੀ ਕਿ ਮਹਾਰਾਜ ਮੇਰੇ ਬਾਰੇ ਕੋਈ ਨਹੀਂ ਜਾਣਦਾ, ਮੇਰਾ ਨਾਮ ਵੀ ਨਹੀਂ ਕੋਈ ਜਾਣਦਾ, ਮੇਰੀ ਤੇ ਬਸ ਬੇਨਤੀ ਹੈ ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਮਰ ਕੇ ਜੀਵਿਆ ਉਹਨੇ ਕੁਝ ਬਖਸ਼ਿਸ਼ਾਂ ਪਾਈਆਂ, ਜਿਹਨੇ ਬਖਸ਼ਿਸ਼ਾਂ ਪਾਈਆਂ ਉਹੀ ਫਿਰ ਨਾਮ ਦੀ ਕਮਾਈ ਕਰਦਾ ਹੈ। ਨਾਮ ਦੀ ਰੰਗਤ ਉਹਦੇ ਅੰਦਰ ਆਉਂਦੀ ਹੈ। ਇਸ ਵਿਦ ਗਾਵਤ ਮਾਰਗ ਜਾਹੀ, ਇਸ ਤਰੀਕੇ ਨਾਲ ਮਹਾਰਾਜ ਜੀ ਇਹ ਸ਼ਬਦ ਜਿਹੜਾ ਇਹ ਗਾਉਂਦੇ ਜਾਂਦੇ ਆ। ਹੁਣ ਜਦੋਂ ਸ਼ਬਦ ਗਾਉਂਦੇ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਬੜੇ ਪਿਆਰ ਨਾਲ ਭਿੱਜ ਕੇ ਰਬਾਬ ਵਜਾਉਂਦੇ ਜਾਂਦੇ ਹਨ। ਸਦਾ ਇੱਕ ਰਸ ਆਨੰਦ ਮਾਹੀ, ਜਿਹੜੇ ਸਦਾ ਇੱਕ ਆਨੰਦ ਦੇ ਰਸ ਵਿੱਚ ਲੀਨ ਹੋਏ ਨੇ ਸਤਿਗੁਰੂ ਜੀ ਨੇ ਇਹ ਸ਼ਬਦ ਗਾਇਨ ਕੀਤਾ ਹੈ। ਲੋਕ ਬਿਲੋਕਤ ਬਹੁ ਬਿਸਮਾਏ, ਹੁਣ ਜਿਹੜੇ ਲੋਕ ਨਾਲ ਬੰਦੀ ਬਣਾ ਕੇ ਲੈ ਜਾ ਰਹੇ ਸਨ ਤੇ ਜਿਹੜੇ ਬੰਦੀ ਬਣਾ ਕੇ ਲੈ ਜਾ ਰਹੇ ਤੇ ਜਿਹੜੇ ਬੰਦੀ ਲੋਕ ਨੇ ਉਹ ਸਾਰੇ ਹੀ ਵੇਖ ਕੇ ਬੜੇ ਹੈਰਾਨ ਹੋ ਰਹੇ ਸਨ। ਇਹੋ ਅਚਰਜ ਕਸ ਲਖਿਓ ਨਾ ਜਾਏ, ਕਹਿੰਦੇ ਇਹ ਅਚਰਜ ਤਾਂ ਅਸੀਂ ਕਦੇ ਵੇਖਿਆ ਹੀ ਨਹੀਂ। ਇਹ ਹੈਰਾਨ ਕਰਨ ਵਾਲਾ ਸੀਨ ਅਸੀਂ ਕਦੇ ਅੱਖਾਂ ਨਾਲ ਦੇਖਿਆ ਨਹੀਂ ਹੈ। ਸਿਰ ਤੇ ਕਰ ਉੱਚੋ ਹੈ ਭਾਰਾ, ਜਿਹੜੀ ਪੰਡ ਗੁਰੂ ਨਾਨਕ ਸਾਹਿਬ ਜੀ ਦੇ ਸਿਰ ਤੇ ਚੁਕਾਈ ਸੀ ਨਾ ਭਾਰ ਵਾਲੀ, ਕਹਿੰਦੇ ਉਹ ਇੱਕ ਹੱਥ ਸਿਰ ਤੋਂ ਉੱਚੀ ਆਪਣੇ ਆਪ ਨਾਲ ਚੱਲਦੀ ਹੈ। ਉਹਦਾ ਭਾਰ ਗੁਰੂ ਸਾਹਿਬ ਜੀ ਦੇ ਸਿਰ ਉੱਤੇ ਨਹੀਂ। ਧਿਆਨ ਰੱਖਿਓ ਗੁਰੂ ਨਾਨਕ ਸਾਹਿਬ ਤਾਂ ਸਾਡੇ ਭਾਰ ਲਾਉਣ ਵਾਸਤੇ ਆਏ ਆ। ਗੁਰੂ ਨਾਨਕ ਸਾਹਿਬ ਤਾਂ ਸਾਨੂੰ ਡੁੱਬਦਿਆਂ ਨੂੰ ਤਾਰਨ ਵਾਸਤੇ ਆਏ। ਕੱਲ ਤਾਰਨ ਗੁਰੂ ਨਾਨਕ ਆਇਆ ਤੇ ਗੁਰੂ ਨਾਨਕ ਸਾਹਿਬ ਉੱਤੇ ਭਾਰ ਕੌਣ ਪਾ ਸਕਦਾ ਹੈ? ਉਹ ਤਾਂ ਸਾਨੂੰ ਹੌਲਾ ਕਰਨ ਆਇਆ। ਇਸ ਲਈ ਕਹਿੰਦੇ ਆ ਇੱਕ ਹੱਥ ਉੱਚਾ ਉਹ ਭਾਰ ਨਾਲ ਚੱਲਦਾ ਹੈ। ਬਹਰੋ ਚਲਿਓ ਜਾਹੇ ਸੰਗਾਰਾ, ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਵੀ ਜਿਹੜੇ ਸਾਥੀ ਉਹ ਚਲੇ ਜਾਂਦੇ ਹਨ। ਦੂਸਰ ਕੇ ਹੈ ਤੁਰੰਗ ਪਿਸਾਰੀ, ਲੋਕ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਇੱਕ ਦੇ ਸਿਰ ਉੱਤੇ ਪੰਡ ਆਪਣੇ ਆਪ ਨਾਲ ਚੱਲਦੀ ਹੈ ਤੇ ਦੂਜੇ ਦੇ ਪਿੱਛੇ ਤੁਰੰਗ ਆਪਣੇ ਆਪ, ਘੋੜਾ ਆਪਣੇ ਆਪ ਚੱਲਦਾ ਜਿਵੇਂ ਮਸਤ ਹੋਇਆ ਹੋਵੇ। ਜਿਸ ਘੋੜੇ ਨੂੰ ਮਸਾਂ ਕਾਬੂ ਕੀਤਾ ਹੋਵੇ ਤੇ ਜੇ ਉਹਦੀ ਲਗਾਮ ਛੱਡ ਦਿਓ ਤੇ ਇੱਧਰ ਉੱਧਰ ਹੋ ਜਾਣ ਵਾਲਾ ਹੋਵੇ, ਉਹ ਬੇਕਾਬੂ ਹੋਣ ਵਾਲਾ ਘੋੜਾ ਉਹਦੀ ਲਗਾਮ ਵੀ ਨਹੀਂ ਪਕੜੀ ਤੇ ਮਸਤ ਹੋ ਕੇ ਮਗਰ ਤੁਰਿਆ ਜਾਂਦਾ ਹੈ। ਲੋਕ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਦੂਸਰ ਕੋ ਹੈ ਤੁਰੰਗ ਪਿਛਾਰੀ। ਧਿਆਨ ਰੱਖਿਓ ਇਹ ਦੋਵੇਂ ਕੌਣ ਨੇ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ ਹੈ ਤੇ ਦੂਜਾ ਬਾਬੇ ਦਾ ਰਬਾਬੀ ਭਾਈ ਮਰਦਾਨਾ ਜੀ ਹੈ। ਕਹਿੰਦੇ ਇੱਕ ਦੇ ਸਿਰ ਤੇ ਪੰਡ ਇਸ ਤਰ੍ਹਾਂ ਤੇ ਦੂਜੇ ਦੇ ਪਿੱਛੇ ਘੋੜਾ ਮਸਤ ਹੋ ਕੇ ਤੁਰਿਆ ਜਾਂਦਾ ਹੈ। ਚਲਿਓ ਜਾਤ ਬਿਨ ਗਹੇ ਮੁਹਾਰੀ, ਕਹਿੰਦੇ ਨੇ ਬਿਨ ਗਹੇ ਵੀ ਉਹਦੀ ਲਗਾਮ ਵੀ ਪਕੜੀ ਨਹੀਂ ਹੋਈ, ਬੜੀ ਮਸਤ ਚੱਲ ਰਿਹਾ ਹੈ। ਕੇਤਕ ਕਹੇ ਸੰਤ ਇਹ ਕੋਈ, ਕਈਆਂ ਦੇ ਮੁਖ ਤੋਂ ਨਿਕਲਿਆ ਇਹ ਕੋਈ ਸੰਤ ਹੈ, ਇਹ ਕੋਈ ਬਹੁਤ ਵੱਡਾ ਮਹਾਂਪੁਰਖ ਹੈ। ਕਿਦੋਂ ਖੁਦਾਏ ਆਪ ਹੀ ਹੋਈ, ਤੇ ਕਈਆਂ ਦੇ ਮੁਖ ਤੋਂ ਨਿਕਲ ਗਿਆ। ਦੇਖੋ ਜਦੋਂ ਆਪਾਂ ਗੁਰੂ ਦੀ ਉਸਤਤ ਸਤਿਗੁਰੂ ਦੀ ਵਡਿਆਈ ਸੁਣਦੇ ਆ ਤੇ ਮੁਖ ਤੋਂ ਕੀ ਨਿਕਲਦਾ? ਵਾਹ ਗੁਰੂ,
ਵਾਹ ਵੀ ਗੁਰੂ ਸਾਹਿਬ ਵਾਹ, ਐਸੀਆਂ ਬਖਸ਼ਿਸ਼ਾਂ ਤੁਸੀਂ ਵਰਤਾਉਂਦੇ ਹੋ, ਸਾਡੇ ਮੁਖ ਤੋਂ ਵਾਹ ਨਿਕਲਦਾ ਹੈ। ਹੁਣ ਇਹਨਾਂ ਦੇ ਮੁਖ ਤੋਂ ਕੀ ਨਿਕਲਿਆ? ਕੇਤਕ ਕਹੇ ਸੰਤ ਇਹ ਕੋਈ, ਕਈ ਕਹਿੰਦੇ ਇਹ ਤਾਂ ਕੋਈ ਸੰਤ ਹੈ, ਇਹ ਤਾਂ ਕੋਈ ਮਹਾਂਪੁਰਖ ਹੈ, ਕਈ ਕਹਿੰਦਾ ਕਿਦੋਂ ਖੁਦਾਏ ਆਪ ਹੀ ਹੋਈ, ਤੇ ਕਈਆਂ ਦੇ ਮੁਖ ਤੋਂ ਨਿਕਲਿਆ ਇਹ ਤੇ ਆਪ ਖੁਦਾ ਹੀ ਜਾਪਦਾ ਹੈ, ਤੇ ਇਹ ਆਪ ਹੀ ਖੁਦਾ ਹੈ। ਅਤ ਸਮਰੱਥ ਅਜਮਤ ਮਹਿ ਭਾਰੀ, ਇੰਨੀ ਸਮਰੱਥਾ ਦਾ ਕੋਈ ਮਾਲਕ ਜੇ ਹੋਵੇ ਤੇ ਖੁਦਾ ਹੀ ਹੋ ਸਕਦਾ ਹੈ। ਐਸੋ ਕਬ ਨਹਿ ਭਿਖਾਗਾਰੀ, ਅਸੀਂ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਸੀਨ ਜਿਹੜਾ ਨਹੀਂ ਵੇਖਿਆ ਹੈ। ਹਾਥ ਬੰਦ ਕੇ ਬੰਧਨ ਕਰਹੀ, ਜਿਹੜਾ ਨੇ ਵੇਖਿਆ ਉਹਨਾਂ ਦੇ ਹੱਥ ਜੁੜ ਗਏ, ਉਹ ਹੱਥ ਜੋੜ ਕੇ ਬੰਧਨ, ਕੋਈ ਕਹਿੰਦਾ ਇਹ ਕੋਈ ਮਹਾਂਪੁਰਖ ਹੈ ਉਹਨੇ ਹੱਥ ਜੋੜ ਦਿੱਤੇ, ਕੋਈ ਕਹਿੰਦਾ ਇਹ ਖੁਦਾ ਆਪ ਹੈ ਉਹ ਤਾਂ ਹੱਥ ਜੋੜ ਕੇ ਨਮਸਕਾਰ ਕਰਦਾ ਹੈ। ਚਰਨ ਕਮਲ ਮਹਿ ਸਰਦਾ ਤਰਹੀ, ਗੁਰੂ ਸਾਹਿਬ ਜੀ ਦੇ ਚਰਨਾਂ ਪ੍ਰਤੀ ਸ਼ਰਧਾ ਭਾਵਨਾ ਅੰਦਰ ਬਣਦੀ ਜਾਂਦੀ ਹੈ। ਇਸ ਪ੍ਰਕਾਰ ਪਹੁੰਚੇ ਹੋ ਜਬ ਡੇਰੇ, ਇਸ ਤਰ੍ਹਾਂ ਬੰਦੀ ਬਣਾ ਕੇ ਕਹਿੰਦੇ ਜਿੱਥੇ ਲਿਜਾਇਆ ਜਾ ਰਿਹਾ ਸੀ ਉਸ ਥਾਂ ਤੇ ਜਦੋਂ ਪਹੁੰਚਣਾ ਕੀਤਾ, ਆਵਤ ਮੁਗਲ ਤਿਸੀ ਨ ਹੇਰੇ, ਉਹਨੇ ਜਿਹੜਾ ਮੁਗਲ ਸਾਰਿਆਂ ਨੂੰ ਲੈ ਕੇ ਆ ਰਿਹਾ ਸੀ, ਜਿਹਦੇ ਹੱਥ ਵਿੱਚ ਸਾਰੀ ਕਮਾਂਡ ਸੀ, ਕਹਿੰਦੇ ਇਹ ਮੁਗਲ ਨੇ ਰਸਤੇ ਵਿੱਚ ਵੇਖਿਆ ਕਿ ਆਹ ਜਿਹੜਾ ਮੈਂ ਜਿਹਨੂੰ ਲੈ ਕੇ ਆਇਆ ਇਹਨੇ ਕੁਝ ਗਾਇਆ, ਆ ਨਾਲ ਦੇ ਸਾਥੀ ਨੇ ਸਾਜ਼ ਵਜਾਇਆ, ਤੇ ਘੋੜਾ ਵੀ ਨਾਲ ਤੁਰ ਪਿਆ ਤੇ ਪੰਡ ਵੀ ਆਪੇ ਹੀ ਤੁਰ ਪਈ ਨਾਲ। ਹੁਣ ਇਹ ਜਿਹੜਾ ਮੁਗਲ ਸੀ ਇਹਨੇ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਹੈ। ਇਸ ਵਿਦ ਚਰਜ ਲਖੇ ਹੋ ਤਮਾਸਾ, ਕਹਿੰਦੇ ਨੇ ਇਸ ਤਰ੍ਹਾਂ ਜਦੋਂ ਇਹ ਕੌਤਕ, ਇਹ ਹੈਰਾਨ ਕਰਨ ਵਾਲੀ ਖੇਡ ਦੇਖੀ ਹੈ, ਗਇਓ ਦੌਰ ਬਾਬਰ ਕੇ ਪਾਸਾ, ਸਾਰਿਆਂ ਨੂੰ ਜਦੋਂ ਕਹਿੰਦੇ ਆ ਥਾਂ ਤੇ ਲਿਆ ਕੇ ਬਿਠਾਇਆ ਜਾ ਰਿਹਾ, ਇਹ ਦੌੜ ਕੇ, ਇਹ ਜਿਹੜਾ ਮੁਗਲ ਸੀ ਇਹ ਦੌੜ ਕੇ ਕਹਿੰਦੇ ਬਾਬਰ ਦੇ ਕੋਲ ਆਇਆ ਹੈ, ਨਿਕਟ ਬੈਠ ਕੇ ਗਿਰਾ ਉਚਾਰੀ, ਦੌੜ ਕੇ ਆਇਆ ਤੇ ਬਾਬਰ ਦੇ ਕੋਲ ਆ ਕੇ ਬੈਠ ਕੇ ਕਹਿਣ ਲੱਗਾ, ਇੱਕ ਦਰਵੇਸ਼ ਹੈ ਬੰਦ ਮਜਾਰੀ, ਕਹਿਣ ਲੱਗੇ ਬਾਬਰ ਨੂੰ ਆਖਿਆ ਵੀ ਜਿਨ੍ਹਾਂ ਨੂੰ ਮੈਂ ਬੰਦੀ ਬਣਾ ਕੇ ਲਿਆਇਆ ਉਹਨਾਂ ਵਿੱਚ ਇੱਕ ਦਰਵੇਸ਼ ਵੀ ਆਇਆ ਹੈ। ਦਰਵੇਸ਼ ਦਾ ਮਤਲਬ ਫਕੀਰ, ਕੋਈ ਖੁਦਾ ਦਾ ਬੰਦਾ, ਇੱਕ ਦਰਵੇਸ਼ ਵੀ ਉਹਨਾਂ ਵਿੱਚ ਬੜਾ ਭਾਰੀ ਉਹ ਦਰਵੇਸ਼ ਹੈ। ਅਚਰਜ ਸਭ ਅਵਲੋਕਿਓ ਅਤ ਅਜਮਤ ਮਹਿਪੂਰ, ਜੋ ਜੋ ਮੈਂ ਅਵਲੋਕਿਓ ਦਾ ਅਰਥ ਹੁੰਦਾ ਦੇਖਣਾ, ਜੋ ਜੋ ਮੈਂ ਅੱਖੀਂ ਵੇਖ ਕੇ ਆਇਆ ਉਹ ਮੈਂ ਤੁਹਾਡੇ ਸਨਮੁਖ ਸਾਰਾ ਕੁਝ ਦੱਸਦਾ ਹਾਂ। ਬੋਝ ਦਿਓ ਸਿਰ ਤਾਹੇ ਕੇ ਰਹਿਓ ਇੱਕ ਕਰ ਦੂਰ, ਜਦੋਂ ਮੈਂ ਇਹਨਾਂ ਸਾਰਿਆਂ ਨੂੰ ਲੈ ਕੇ ਆਇਆ ਤੇ ਇੱਕ ਬਹੁਤ ਭਾਰੀ ਬੋਝ ਭਾਰ ਇਹਨਾਂ ਦੇ ਸਿਰ ਤੇ ਮੈਂ ਚੁਕਾ ਦਿੱਤਾ ਸੀ, ਪਰ ਜਦੋਂ ਮੈਂ ਥੋੜੀ ਜਿਹੀ ਅੱਗੇ ਗਿਆ ਤੇ ਕੀ ਵੇਖਦਾ, ਇੱਕ ਕਰ ਦੂਰ, ਕਰ ਹੱਥ ਨੂੰ ਕਹਿੰਦੇ ਆ, ਕਹਿੰਦੇ ਇੱਕ ਹੱਥ ਸਿਰ ਤੋਂ ਉੱਚਾ ਦੂਰ ਹੋ ਕੇ ਉਹ ਭਾਰ ਚੱਲਦਾ ਹੈ। ਇੱਕ ਡੂਮ ਹੈ ਜਾ ਕਹਿ ਸੰਗਾ, ਇੱਕ ਡੂਮ ਭਾਵ ਭਾਈ ਮਰਦਾਨਾ ਜੀ, ਉਹਨਾਂ ਦੇ ਨਾਲ ਇੱਕ ਉਹਨਾਂ ਦਾ ਸਾਥੀ ਜਿਹੜਾ ਹੈ, ਤਹਿ ਪੀਸੈ ਚਲ ਜਾਹੇ ਤਰੰਗਾ, ਕਹਿੰਦੇ ਨੇ ਉਹਨੂੰ ਮੈਂ ਘੋੜੇ ਦੀ ਲਗਾਮ ਪਕੜਾ ਕੇ ਆਖਿਆ ਸੀ ਵੀ ਇਹ ਘੋੜਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ, ਤੇ ਜੇ ਇੱਧਰ ਉੱਧਰ ਹੋ ਗਿਆ ਤੇਰੀ ਖੈਰ ਨਹੀਂ ਹੈ, ਪਰ ਮੈਂ ਵੇਖਿਆ ਵੀ ਉਹਨੇ ਲਗਾਮ ਵੀ ਕੋਈ ਨਹੀਂ ਸੀ ਪਕੜੀ, ਪਰ ਉਹ ਘੋੜਾ ਮਸਤ ਹੋ ਕੇ ਉਹਨਾਂ ਦੇ ਕਦਮਾਂ ਦੇ ਮਗਰ ਮਗਰ ਤੁਰਿਆ ਆਉਂਦਾ ਸੀ। ਕਰਤ ਬੰਦਗੀ ਤਹਾਂ ਖੁਦਾਏ, ਕਹਿੰਦੇ ਉਹਨਾਂ ਨੇ ਪਤਾ ਨਹੀਂ ਕਿਹੜੀ ਬੰਦਗੀ ਖੁਦਾ ਦੀ ਰਸਤੇ ਦੇ ਵਿੱਚ ਕੀਤੀ ਹੈ। ਭਾਵ ਆ ਜਿਹੜਾ ਸ਼ਬਦ ਤੁਸੀਂ ਸੁਣਿਆ ਹੈ, ਇਹ ਸ਼ਬਦ ਗੁਰੂ ਸਾਹਿਬ ਨੇ ਪੜਿਆ, ਉਹਨੂੰ ਇਦਾਂ ਲੱਗਾ ਜਿਵੇਂ ਖੁਦਾ ਦੀ ਬੰਦਗੀ ਕੀਤੀ ਹੈ। ਕਹਿੰਦੇ ਉਹ ਖੁਦਾ ਦੀ ਬੰਦਗੀ ਕਰਦੇ ਆਏ ਹਨ। ਆਪ ਬਿਲੋਕ ਹੋ ਚਲਤੇ ਥਾਏ, ਆਪ ਬਿਲੋਕੋ, ਤੁਸੀਂ ਚੱਲ ਕੇ ਆਪ ਦੇਖਣਾ ਕਰੋ। ਇਹੋ ਸੁਨ ਬਾਬਰ ਬਚਨ ਬਖਾਨਤ, ਕਹਿੰਦੇ ਇਸ ਤਰ੍ਹਾਂ ਜਦੋਂ ਬਾਬਰ ਨੇ ਸੁਣਿਆ ਕਿ ਇੱਕ ਬਹੁਤ ਭਾਰੀ ਦਰਵੇਸ਼, ਕੋਈ ਖੁਦਾ ਦਾ ਬੰਦਾ, ਕੋਈ ਰੱਬ ਦਾ ਬੰਦਾ, ਜਿਹਨੂੰ ਇੱਕ ਜਿਹੜੇ ਬੰਦੀ ਬਣਾ ਕੇ ਲੈ ਕੇ ਆਇਆ, ਕਹਿੰਦੇ ਨੇ ਉਸ ਵੇਲੇ ਜਦੋਂ ਇਹਨੇ ਸੁਣਿਆ ਹੈ, ਪੂਰਬ ਜੇ ਮੈਂ ਇਸ ਵਿਦ ਜਾਣਤ, ਇੱਕਦਮ ਕਹਿੰਦੇ ਨੇ ਇਹਨੇ ਆਖਿਆ ਪੂਰਬ ਜੇ ਮੈਂ ਇਸ ਵਿਦ ਜਾਣਤ, ਜੇ ਮੈਨੂੰ ਕਿਤੇ ਇਹ ਪਹਿਲਾਂ ਖਬਰ ਹੋ ਜਾਂਦੀ, ਜੇ ਮੈਨੂੰ ਇਹ ਪਤਾ ਲੱਗ ਜਾਂਦਾ, ਇਸ ਪੁਰ ਕੋ ਨਹਿ ਮਾਰਤ ਤਾਈ, ਕਹਿੰਦੇ ਮੈਂ ਕਦੇ ਇਸ ਪੁਰੀ ਵਿੱਚ ਆ ਕੇ ਹਮਲਾ ਹੀ ਨਾ ਕਰਦਾ, ਕਦੇ ਇਹ ਜਿਹੜਾ ਮੈਂ ਮਾਰੀ ਜਿਹੜਾ ਹੁਕਮ ਜਾਰੀ ਕੀਤਾ ਕਿ ਇੱਥੋਂ ਦੇ ਲੋਕਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿਓ, ਸਭ ਕੁਝ ਇਹਨਾਂ ਦਾ ਲੁੱਟ ਲਓ ਤੇ ਇਹਨਾਂ ਨੂੰ ਬੰਦੀ ਬਣਾ ਦਿਓ, ਮੈਂ ਕਦੇ ਵੀ ਇਸ ਤਰ੍ਹਾਂ ਦਾ ਹੁਕਮ ਜਾਰੀ ਨਾ ਕਰਦਾ ਜੇ ਮੈਨੂੰ ਪਤਾ ਹੁੰਦਾ ਏਡਾ ਭਾਰੀ ਦਰਵੇਸ਼ ਇਸ ਨਗਰ ਵਿੱਚ ਰਹਿੰਦਾ ਹੈ। ਜਿਸ ਮਹਿ ਅਸ ਦਰਵੇਸ਼ ਰਹਾਈ, ਜਿਸ ਨਗਰ ਵਿੱਚ ਐਸਾ ਦਰਵੇਸ਼ ਰਹਾਈ ਰਹਿੰਦਾ ਹੈ, ਮੈਂ ਕਦੇ ਉੱਥੇ ਹਮਲਾ ਨਾ ਕਰਦਾ। ਆਵਨ ਕੋ ਤੇ ਯਾਰ ਪਾਸ ਹੋਈ, ਕਹਿੰਦੇ ਉਹ ਕਹਿੰਦਾ ਮੈਂ ਦੇਖਣਾ ਚਾਹੁੰਦਾ ਵੀ ਮੇਰੇ ਇਸ ਕੈਦਖਾਨੇ ਦੇ ਵਿੱਚ ਅੱਜ ਕਿਹੜਾ ਦਰਵੇਸ਼ ਆ ਗਿਆ, ਜਿਹਦੀ ਇੰਨੀ ਉਸਤਤ ਇੰਨੀ ਵਡਿਆਈ ਮੇਰੇ ਇਹਨਾਂ ਬੰਦਿਆਂ ਨੇ ਕੀਤੀ ਹੈ, ਮੈਂ ਉਹਨੂੰ ਇੱਕ ਵਾਰ ਦੇਖਣਾ ਚਾਹੁੰਦਾ ਹਾਂ। ਗੁਰੂ ਕਥਾ ਸੁਣੀਐ ਜੋ ਹੋਈ, ਇਹ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਇਤਿਹਾਸ ਸੁਣਾ ਰਹੇ ਨੇ, ਖਡੂਰ ਸਾਹਿਬ ਵਿਖੇ ਬੈਠ ਕੇ ਇਤਿਹਾਸ ਸੁਣਾਇਆ ਜਾ ਰਿਹਾ, ਤੇ ਭਾਈ ਪੈੜਾ ਜੀ ਨਾਲ ਇਤਿਹਾਸ ਜਿਹੜਾ ਉਹ ਲਿਖਦੇ ਜਾ ਰਿਹਾ। ਜਿਹੜਾ ਇਹ ਸਾਰਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਇਕੱਤਰ ਕੀਤਾ, ਉਹ ਇਹ ਇਤਿਹਾਸ ਵਿੱਚ ਭਾਈ ਰਾਮ ਕੋਇਰ ਜੀ ਦਾ ਨਾਮ ਵੀ ਆਉਂਦਾ ਹੈ। ਜਿਨ੍ਹਾਂ ਨੇ ਲੜੀਵਾਰ ਇਤਿਹਾਸ ਸੁਣਿਆ ਉਹਨਾਂ ਨੂੰ ਪਤਾ ਹੈ ਕਿ ਭਾਈ ਰਾਮ ਕੋਇਰ ਜੀ ਦਾ ਨਾਮ ਵੀ ਆਉਂਦਾ ਹੈ। ਉਹ ਕੌਣ ਨੇ? ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਨੇ। ਜਿਵੇਂ ਜਿਵੇਂ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੂੰ ਮਿਲਿਆ ਹੈ, ਉਸੇ ਤਰ੍ਹਾਂ ਉਹਨਾਂ ਨੇ ਇਹਦੇ ਵਿੱਚ ਲਿਖਿਆ, ਜ਼ਿਕਰ ਕੀਤਾ ਹੈ। ਕਹਿੰਦੇ ਨੇ ਇੱਥੇ ਫਿਰ ਭਾਈ ਬਾਲਾ ਜੀ ਕਹਿੰਦੇ ਗੁਰੂ ਕਥਾ ਸੁਣੀਏ ਜਿਉਂ ਹੋਈ, ਅੱਗੋਂ ਜਿਵੇਂ ਹੋਇਆ ਗੁਰੂ ਸਾਹਿਬ ਦੀ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਨਾ ਕਰੋ ਜੀ। ਦਲ ਮਹਿ ਬਹੁਤ ਬੰਦ ਨਰ ਨਾਰੀ, ਹੁਣ ਦੂਜੇ ਪਾਸੇ ਆ ਜਾਈਏ, ਇਧਰੋਂ ਹਾਕਮ ਨੇ ਜਾ ਕੇ ਦੱਸ ਦਿੱਤਾ ਮੁਗਲ ਨੇ ਕਿ ਬਾਬਰ ਆ ਮੈਂ ਰਸਤੇ ਵਿੱਚ ਕੌਤਕ ਵੇਖ ਕੇ ਆਇਆ, ਮੈਨੂੰ ਲੱਗਦਾ ਵੀ ਉਹ ਬਹੁਤ ਭਾਰੀ ਖੁਦਾ ਦਾ ਬੰਦਾ ਕੋਈ ਦਰਵੇਸ਼ ਆ ਗਿਆ ਵਿੱਚ। ਉਹਨੇ ਇੱਕੋ ਦਮ ਆਖਿਆ ਵੀ ਮੈਨੂੰ ਲੱਗਦਾ ਜੇ ਇਦਾਂ ਪਤਾ ਹੁੰਦਾ ਤੇ ਕਦੇ ਹਮਲਾ ਨਾ ਕਰਦਾ, ਪਰ ਚਲੋ ਮੈਂ ਚੱਲ ਕੇ ਵੇਖਣਾ ਚਾਹੁੰਦਾ। ਉਧਰੋਂ ਬਾਬਰ ਤਿਆਰੀ ਕਰਦਾ ਹੈ। ਹੁਣ ਦੂਜੇ ਪਾਸੇ ਆ ਜਾਈਏ, ਕਹਿੰਦੇ ਦਲ ਮੈਂ ਬਹੁਤ ਬੰਦ ਨਰ ਨਾਰੀ, ਬੰਦ ਮੈਨੇ ਬੰਦੀ, ਜਿਹੜੇ ਬੰਦੀ ਬਣਾ ਕੇ ਲਿਆਉਂਦੇ ਨੇ ਉਹਨਾਂ ਵਿੱਚ ਨਰ ਵੀ ਹੈ ਤੇ ਨਾਰੀ ਵੀ ਹੈ, ਪੁਰਸ਼ ਵੀ ਨੇ, ਉਹ ਇਸਤਰੀਆਂ ਵੀ ਉਹਦੇ ਵਿੱਚ ਬੰਦੀ ਬਣਾਈਆਂ ਗਈਆਂ ਹਨ। ਵਿਰਲਾਪਤ ਪ੍ਰਾਪਤ ਦੁਖ ਭਾਰੀ, ਉਹ ਬੜਾ ਵਿਰਲਾਪ ਕਰ ਰਹੀਆਂ ਨੇ, ਬੰਦੇ ਵੀ ਬੜਾ ਵਿਰਲਾਪ ਕਰ ਰਹੇ, ਬੜਾ ਭਾਰੀ ਦੁੱਖ ਹੈ ਉਹਨਾਂ ਦੇ ਅੰਦਰ ਕਿ ਸਾਡੇ ਇਸ ਅਹਿਮਨਾਬਾਦ ਵਿੱਚ ਕੀ ਦਾ ਕੀ ਬਣ ਗਿਆ, ਕੀ ਮਾਹੌਲ ਸੀ, ਕੀ ਮਾਹੌਲ ਬਣ ਗਿਆ। ਬੜਾ ਭਾਰੀ ਦੁੱਖ ਲੈ ਕੇ ਵਿਰਲਾਪਤ ਕੁਰਲਾ ਰਹੇ ਨੇ, ਤਾਹਾਂ ਮਾਰ ਕੇ ਰੋਂਦੇ ਹਨ। ਸਰਬ ਜਾਤ ਦਿਜਨੀ ਹਿੰਦੂਵਾਨੀ, ਕਹਿੰਦੇ ਸਾਰੀਆਂ ਜਾਤੀਆਂ ਨੇ ਇਹਦੇ ਵਿੱਚ, ਦਿਜਣੀ ਭਾਵ ਜਿਹੜੇ ਬ੍ਰਾਹਮਣ ਨੇ ਉਹਨਾਂ ਦੀ ਬ੍ਰਾਹਮਣੀਆਂ ਅੱਗੋਂ, ਔਰ ਹਿੰਦਵਾਣੀ ਜਿਹੜੇ ਹਿੰਦੂ ਲੋਕ ਨੇ ਉਹਨਾਂ ਦੀਆਂ ਅੱਗੋਂ ਇਸਤਰੀਆਂ ਜਿਹੜੀਆਂ ਹਨ। ਅਹ ਤੁਰਗਨੀ ਆਦ ਪਠਾਨੀ, ਇਹਨਾਂ ਤੋਂ ਇਲਾਵਾ ਜਿਹੜੇ ਤੁਰਕ ਨੇ ਉਹਨਾਂ ਦੀਆਂ ਤੁਰਕਾਣੀਆਂ, ਪਠਾਨ ਨੇ ਉਹਨਾਂ ਦੀਆਂ ਪਠਾਨਣੀਆਂ ਜਿਹੜੀਆਂ ਨੇ ਇਸਤਰੀਆਂ ਦੇ ਰੂਪ ਵਿੱਚ, ਇਹ ਸਾਰੀਆਂ ਹੀ ਬੰਦੀਆਂ ਬਣਾਈਆਂ ਹੋਈਆਂ ਹਨ। ਸਭ ਕੇ ਚਾਕੀ ਧਰੀ ਅਗਾਰੀ, ਇਹ ਸਾਰਿਆਂ ਨੂੰ ਜਦੋਂ ਬੰਦੀ ਖਾਨੇ ਵਿੱਚ ਲਿਆਂਦਾ ਨਾ, ਤੇ ਸਾਰਿਆਂ ਦੇ ਅੱਗੇ ਚਾਕੀਦਾਰ ਹੁੰਦਾ, ਚੱਕੀਆਂ ਰੱਖਣੀਆਂ ਸ਼ੁਰੂ ਕਰਤੀਆਂ। ਪਹਿਲੇ ਹੁੰਦਾ ਸੀ ਦੋ ਪੁੜਾਂ ਨੂੰ ਜੋੜ ਕੇ ਚੱਕੀਆਂ ਜਿਹੜੀਆਂ ਨੇ ਇਹ ਬਣਦੀਆਂ, ਤੇ ਜਿੰਨਾ ਦਾਣੇ ਪੀਸਣੇ ਆ ਉਹ ਚੱਕੀ ਕਮਾਓ ਤੇ ਦਾਣੇ ਪੀਸ ਲਓ। ਪਹਿਲਾਂ ਘਰਾਂ ਦੇ ਵਿੱਚ ਵੀ ਆਮ ਚੱਕੀਆਂ ਹੁੰਦੀਆਂ ਸੀ ਤੇ ਦਾਣੇ ਜਿੰਨੇ ਜ਼ਰੂਰਤ ਹੁੰਦੇ ਸੀ ਉਹਨੇ ਪੀਸ ਲਏ ਜਾਂਦੇ ਸਨ। ਪਰ ਜਿਵੇਂ ਜਿਵੇਂ ਮਾਹੌਲ ਬਦਲਦਾ ਗਿਆ,
ਅਸੀਂ ਫੈਸ਼ਨ ਦੀ ਦੁਨੀਆ ਵਿੱਚ ਸੁੱਖ ਸੁਵਿਧਾ ਭਾਲਦੇ ਗਏ, ਆਪਣੇ ਸੁੱਖ ਆਰਾਮ ਵਾਸਤੇ ਅਸੀਂ ਅੱਜ ਆਪਣੇ ਘਰਾਂ ਤੋਂ ਚੱਕੀਆਂ ਖਤਮ ਕਰ ਦਿੱਤੀਆਂ, ਦੂਰ ਦੁਰਾਡੇ ਬਣ ਗਈਆਂ। ਹੁਣ ਐਸਾ ਹੈ ਕਿ ਉੱਥੇ ਤੱਕ ਜਾਣਾ ਵੀ ਔਖਾ ਲੱਗਦਾ ਹੈ। ਹੁਣ ਤੇ ਸਿਸਟਮ ਇਦਾਂ ਦਾ ਆ ਗਿਆ ਨਾ ਵੀ ਘਰ ਬੈਠੇ ਮੰਜੇ ਤੇ ਫੋਨ ਕਰੋ, ਤੁਸੀਂ ਆਪਣੇ ਸੋਫੇ ਤੇ ਬੈਠ ਕੇ ਫੋਨ ਕਰੋ ਤੇ ਤੁਹਾਡੇ ਘਰ ਹੀ ਆਟਾ ਪਹੁੰਚ ਜਾਂਦਾ ਹੈ। ਹੁਣ ਤੇ 2 ਕਦਮ ਚੱਲ ਕੇ ਜਾਣ ਦੀ ਵੀ ਲੋੜ ਨਹੀਂ ਪੈਂਦੀ ਤੇ ਫਿਰ ਸਰੀਰ ਨੂੰ ਰੋਗ ਤੇ ਆਪੇ ਹੀ ਲੱਗਣੇ ਆ। ਜਿੰਨੇ ਸੁੱਖ ਅਸੀਂ ਸਰੀਰ ਲਈ ਬਣਾ ਰਹੇ ਹਾਂ ਉਹਨੇ ਰੋਗ ਵੀ ਸਾਡੇ ਪੱਲੇ ਲੱਗਦੇ ਜਾ ਰਹੇ ਆ। ਇੱਕ ਯਾਦ ਹੈ ਕਿ ਬਹੁਤ ਸਮਾਂ ਪਹਿਲਾਂ ਇੱਕ ਸੱਜਣ ਨੇ ਗੱਲ ਕੀਤੀ, ਕਹਿੰਦੇ ਇੱਕ ਦਾ ਸਰੀਰ ਨਾ ਬੜਾ ਦੁਖਦਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ। ਉਹਨਾਂ ਬਜ਼ੁਰਗ ਡਾਕਟਰ ਸੀ, ਸਿਆਣੇ ਡਾਕਟਰ ਸੀ ਬਜ਼ੁਰਗ, ਉਹਨਾਂ ਨੂੰ ਆਖਿਆ ਵੀ ਮੇਰਾ ਸਾਰਾ ਸਰੀਰ ਦੁਖਦਾ। ਉਹਨਾਂ ਨੇ ਸਾਰੀ ਗੱਲਬਾਤ ਪੁੱਛੀ ਵੀ ਘਰ ਕੀ ਕਰਦੇ ਹੋ, ਕਿਹੜਾ ਕੰਮ ਕਰਦੇ ਹੋ। ਉਹ ਦੱਸਿਆ ਵੀ ਮੈਂ ਸਾਰੀ ਦਿਹਾੜੀ ਘਰ ਬੈਠਾ ਹੀ ਰਹਿਣਾ, ਹੋਰ ਕੰਮ ਕੋਈ ਨਹੀਂ। ਉਹਨਾਂ ਆਖਿਆ ਫਿਰ ਇਦਾਂ ਕਰ, ਦਵਾਈ ਕੋਈ ਨਹੀਂ ਦੇਣੀ ਤੈਨੂੰ, ਕੋਈ ਦਵਾਈ ਨਹੀਂ ਦੇਣੀ, ਕੋਈ ਇੰਜੈਕਸ਼ਨ ਨਹੀਂ ਲਾਉਣਾ, ਤੂੰ ਇਦਾਂ ਕਰ 2 ਘੰਟੇ ਸਵੇਰੇ 2 ਘੰਟੇ ਸ਼ਾਮੀ ਚੱਕੀ ਘੁਮਾਇਆ ਕਰ। ਜਦੋਂ ਤੂੰ 2 ਘੰਟੇ ਚੱਕੀ ਚਲਾਏਗਾ ਸਰੀਰ ਆਪੇ ਹੀ ਚੱਲਣ ਲੱਗ ਜਾਣਾ ਹੈ, ਰੋਗ ਬਿਮਾਰੀਆਂ ਸਰੀਰ ਦੀਆਂ ਆਪੇ ਹੀ ਦੂਰ ਹੋ ਜਾਣੀਆਂ। ਜਿੰਨਾ ਅਸੀਂ ਇਹਨੂੰ ਸਰੀਰ ਨੂੰ ਸੁੱਖ ਦੇ ਰਹੇ ਹਾਂ ਉਹਨੇ ਭਿਆਨਕ ਰੋਗ ਵੀ ਇਹਦੇ ਪੱਲੇ ਲੱਗ ਰਹੇ ਆ। ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਵਿੱਚ ਜਿੰਨੇ ਵੀ ਕਹਿੰਦੇ ਬੰਦੀ ਬਣਾਏ ਉਹਨਾਂ ਸਾਰਿਆਂ ਦੇ ਅੱਗੇ ਲਿਆ ਕੇ ਚੱਕੀਆਂ ਰੱਖ ਦਿੱਤੀਆਂ, ਦਾਣਾ ਧਰਿਆ ਬਿਨਾ ਅਵਾਰੀ। ਔਰ ਦਾਣਾ ਉਹਨਾਂ ਅੱਗੇ ਦਾਣੇ ਵੀ ਰੱਖ ਦਿੱਤੇ, ਦਰੀਏ ਮੈਨੇ ਪੀਸਣਾ ਵੀ ਆਹ ਦਾਣੇ ਤੁਹਾਨੂੰ ਦੇ ਦਿੱਤੇ ਆ, ਇਹਨਾਂ ਨੂੰ ਪੀਸਣਾ ਬਿਨਾ ਅਵਾਰੀ, ਬਿਨਾ ਦੇਰੀ ਲਾਇਆ ਦਾਣੇ ਪੀਸੋ। ਬਾਬਰ ਦੇ ਬੰਦੀਖਾਨੇ ਦੇ ਵਿੱਚ, ਕੈਦਖਾਨੇ ਵਿੱਚ ਸਾਰਿਆਂ ਅੱਗੇ ਚੱਕੀਆਂ ਰੱਖ ਕੇ ਨਾਲ ਦਾਣੇ ਵੀ ਦੇ ਦਿੱਤੇ ਵੀ ਆਹ ਦਾਣੇ ਨੇ ਬਿਨਾ ਦੇਰੀ ਲਾਇਆ ਪੀਸੋ। ਜਿਹੜਾ ਚੱਕੀ ਨਹੀਂ ਚਲਾਏਗਾ, ਜਿਹੜਾ ਦਾਣੇ ਨਹੀਂ ਪੀਸੇਗਾ ਉਹਨੂੰ ਮਾਰ ਪਏਗੀ। ਉਹਨੂੰ ਫਿਰ ਜਿਹੜੀਆਂ ਬਾਬਰ ਦੇ ਜਿਹੜੇ ਕੈਦਖਾਨੇ ਵਿੱਚ ਉਹਨੂੰ ਤਸੀਹੇ ਦਿੱਤੇ ਜਾਣਗੇ। ਇਸ ਲਈ ਬਿਨਾ ਦੇਰੀ ਲਾਇਆ ਇਹ ਦਾਣੇ ਪੀਸਣ ਦਾ ਕੰਮ ਸ਼ੁਰੂ ਕਰ ਦਿਓ। ਸ੍ਰੀ ਨਾਨਕ ਜਬ ਡੇਰੇ ਆਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੀ ਨਾਲ ਲਿਆਂਦਾ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਆਏ ਹਨ। ਸਿਰਪੁਰ ਤੇ ਬੋਝੇ ਉਤਰਾਏ। ਜਾਂ ਇਦਾਂ ਕਹਿ ਲਓ ਕਿ ਜਿੰਨੇ ਇਕੱਠੇ ਕਰਕੇ ਸਾਰੇ ਬੰਦੀ ਬਣਾ ਕੇ ਲਿਆਂਦੇ ਆ ਨਾ, ਜਿਹੜੇ ਸਭ ਤੋਂ ਅੱਗੇ ਨੇ ਉਹ ਪਹੁੰਚ ਗਏ, ਉਹਨਾਂ ਦੇ ਹੱਥਾਂ ਦੀਆਂ ਹੱਥਕੜੀਆਂ ਖੋਲ ਦਿੱਤੀਆਂ ਤੇ ਚੱਕੀਆਂ ਰੱਖ ਕੇ ਦਾਣੇ ਪੀਸਣੇ ਉਹਨਾਂ ਤੋਂ ਸ਼ੁਰੂ ਕਰਵਾਤੇ। ਸਾਰੇ ਆਈ ਜਾ ਰਹੇ ਆ, ਵਾਰੀ ਉਹਨਾਂ ਅੱਗੇ ਚੱਕੀਆਂ ਰੱਖੀਆਂ, ਦਾਣੇ ਪਿਸਾਉਣ ਦਾ ਕੰਮ ਸ਼ੁਰੂ। ਗੁਰੂ ਨਾਨਕ ਸਾਹਿਬ ਵੀ ਆਏ, ਜਦੋਂ ਆਏ ਤੇ ਸਿਪਾਹੀਆਂ ਨੇ ਉਹ ਸਿਰ ਤੇ ਜਿਹੜਾ ਬੋਝ ਸੀ, ਭਾਰ ਪੰਡ ਸੀ, ਉਹ ਉਤਰਵਾਈ ਹੈ। ਬੈਠਾ ਰਹੇ ਨਿਜ ਬੰਦ ਮਜਾਰੀ, ਬੰਦ ਉਸ ਬੰਦੀਖਾਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਲਿਆ ਕੇ ਬਿਠਾ ਦਿੱਤਾ। ਦਵੈ ਚਾਕੀ ਤਬਾਨੀ ਭਾਰੀ। ਕਹਿੰਦੇ 2 ਚੱਕੀਆਂ ਹੋਰ ਲਿਆਂਦੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਅੱਗੇ ਰੱਖਣੀਆਂ ਸੀ। ਧਿਆਨ ਰੱਖਿਓ, ਕੇਵਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਨਹੀਂ, ਬੰਦੀ ਛੋੜ ਦਾਤਾ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਨਾਮ ਸ਼ੁਰੂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਬੰਦੀ ਛੋੜ ਦਾਤਾ, ਤੇ ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਆਖਿਆ, ਜੋਤ ਉਹੀ ਹੈ, ਜੁਗਤ ਉਹੀ ਹੈ, ਸਿਰਫ ਕਾਇਆ ਹੀ ਪਲਟੀ ਹੈ। ਗੁਰੂ ਹਰਗੋਬਿੰਦ ਸਾਹਿਬ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਨੇ ਤੇ ਗੁਰੂ ਨਾਨਕ ਸਾਹਿਬ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਨੇ। ਪਰ ਬੰਦੀ ਛੋੜ ਦਾਤਾ ਜੇ ਆਪਾਂ ਨਾਮ ਨਾਲ ਲਾਉਣਾ ਤੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਲਾਉਣਾ ਪਏਗਾ। ਸਤਿਗੁਰੂ ਮਹਾਰਾਜ ਜੀ ਨੂੰ ਵੀ ਬੰਦੀਖਾਨੇ ਲਿਆਂਦਾ ਤੇ ਜਿੰਦੇ ਨੇ ਚੱਕੀਆਂ ਲਿਆ ਕੇ ਅੱਗੇ ਰੱਖ ਦਿੱਤੀਆਂ। ਅੱਗੇ ਮੇਰੇ ਅਰ ਮਰਦਾਨੇ, ਕਹਿੰਦੇ ਅੱਗੇ ਮੇਰੇ ਅਰ ਮਰਦਾਨੇ, ਮੇਰੇ ਦਾ ਅਰਥ ਹੈ ਭਾਈ ਬੱਲਾ ਜੀ, ਔਰ ਮਰਦਾਨਾ ਜੀ ਅੱਗੇ ਵੀ ਚੱਕੀ ਰੱਖ ਦਿੱਤੀ ਹੈ। ਧਰੀ ਏਕ ਦੀਨੇ ਬਹੁਦਾਨੇ, ਔਰ ਦਾਣੇ ਜਿਹੜੇ ਸੀ ਉਹ ਬਹੁਤ ਸਾਰੇ ਦਾਣੇ ਸਾਨੂੰ ਜਿਹੜੇ ਆ ਉਹ ਦੇ ਦਿੱਤੇ ਹਨ। ਇੱਕ ਸ੍ਰੀ ਗੁਰੂ ਅਗਾਰੀ ਤਰਕੈ। ਇੱਕ ਚੱਕੀ ਕਹਿੰਦੇ ਗੁਰੂ ਨਾਨਕ ਬਾਬੇ ਨਾਨਕ ਅੱਗੇ ਵੀ ਲਿਆ ਕੇ ਧਰ ਦਿੱਤੀ। ਐਸੇ ਗੁਰ ਕੋ ਬਲ ਜਾਈਏ। ਕੀ ਲੋੜ ਪਈ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਅਹਿਮਦਾਬਾਦ ਜਾਣ ਦੀ? ਕੀ ਲੋੜ ਪਈ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਦੇ ਬੰਦੀਖਾਨੇ ਵਿੱਚ ਆਉਣ ਦੀ? ਕੀ ਲੋੜ ਪਈ ਸੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤਵੀ ਤੇ ਬੈਠਣ ਦੀ? ਕੀ ਲੋੜ ਪਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਜਾ ਕੇ ਏਡੀ ਵੱਡੀ ਕੁਰਬਾਨੀ ਦੇਣ ਦੀ? ਕੀ ਲੋੜ ਪਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਨੂੰ ਆਪਣਾ ਸਾਰਾ ਸਰਬੰਸ ਚਾਰੇ ਦੇ ਚਾਰੇ ਲਾਲ ਜਿਹੜੇ ਵਾਰਨ ਦੀ ਕੀ ਲੋੜ ਸੀ? ਤੁਹਾਨੂੰ ਅਨੰਦਪੁਰ ਸਾਹਿਬ ਛੱਡਣ ਦੀ ਕੀ ਲੋੜ ਸੀ? ਜੇ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਸਾਰੀਆਂ ਬਖਸ਼ਿਸ਼ਾਂ ਵਰਤਾਈਆਂ ਨੇ ਤੇ ਇਹ ਸਾਨੂੰ ਸੁੱਖ ਦੇਣ ਵਾਸਤੇ ਨੇ, ਤਾਂ ਕਿ ਅਸੀਂ ਨਿਰੰਕਾਰ ਵਾਹਿਗੁਰੂ ਦੇ ਗੁਣ ਗਾ ਕੇ ਆਪਣਾ ਜੀਵਨ ਸੁਖਮਈ ਕਰ ਸਕੀਏ। ਪਰ ਅੱਜ ਦੀ ਦੁਨੀਆ ਵਿੱਚ, ਅੱਜ ਦੇ ਸਮਾਜ ਵਿੱਚ ਅਸੀਂ ਕਹਿੰਦੇ ਹਾਂ ਕੀ ਲੋੜ ਹੈ ਗੁਰਦੁਆਰੇ ਜਾਣ ਦੀ? ਕਦੇ ਇਹ ਵੀ ਪੁੱਛਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਹਾਨੂੰ ਕੀ ਲੋੜ ਸੀ ਤਵੀ ਤੇ ਬਹਿਣ ਦੀ? ਅਸੀਂ ਤੇ ਸੌਖਾ ਜਿਹਾ ਮੂੰਹ ਲਾ ਦਿੰਦੇ ਹਾਂ, ਕੀ ਲੋੜ ਹੈ ਬਾਣੀ ਪੜਨ ਦੀ? ਨਾ ਪੜਾਂਗੇ ਤੇ ਕੀ ਹੋਣ ਲੱਗਾ? ਜੇ ਨਾ ਅੰਮ੍ਰਿਤ ਦੀ ਦਾਤ ਲਿਆਂਗੇ ਤੇ ਕੀ ਫਰਕ ਪੈਣ ਲੱਗਾ? ਜੇ ਨਿਤਨੇਮ ਨਹੀਂ ਕਰਾਂਗੇ ਤੇ ਕੀ ਫਰਕ ਪੈਣ ਲੱਗਾ? ਅਸੀਂ ਤੇ ਸੌਖਾ ਮੂੰਹ ਹਿਲਾ ਦਿੱਤਾ। ਪਰ ਕਦੇ ਪੁੱਛ ਕੇ ਵੇਖਿਓ ਗੁਰੂ ਸਾਹਿਬ ਜੀ ਨੂੰ ਤੇ ਮਹਾਰਾਜ ਕਹਿਣਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੁਆ। ਜੀਵਤ ਕਈ ਹਜ਼ਾਰ, ਤੇ ਜਿਹੜੇ ਕਈ ਹਜ਼ਾਰ ਨੇ ਉਹ ਅੱਜ ਨਿਤਨੇਮ ਤੋਂ ਵੀ ਮੂੰਹ ਫੇਰਦੇ ਆ, ਉਹ ਅੱਜ ਗੁਰੂ ਸਾਹਿਬ ਜੀ ਦੇ ਦਰ ਤੋਂ ਵੀ ਮੁੱਖ ਫੇਰਦੇ ਆ। ਫਿਰ ਗੁਰੂ ਸਾਹਿਬ ਜੀ ਕੀ ਲੋੜ ਸੀ ਆਪਣਾ ਸਰਬੰਸ ਵਾਰਨ ਦੀ? ਜੇ ਗੁਰੂ ਨਾਨਕ ਸਾਹਿਬ ਬਾਬਰ ਦੇ ਕੈਦਖਾਨੇ ਵਿੱਚ ਆਇਆ ਤੇ ਕੈਦੀਆਂ ਨੂੰ ਛਡਾਉਣ ਆਇਆ, ਇਹਨਾਂ ਬੰਦੀਆਂ ਨੂੰ ਆਜ਼ਾਦ ਕਰਾਉਣ ਵਾਸਤੇ ਆਏ, ਕਿਉਂਕਿ ਹੋਰ ਇੱਥੇ ਕੋਈ ਨਹੀਂ ਇਹਨਾਂ ਦਾ। ਜੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਗਿਆ ਤੇ ਸ਼ੌਂਕ ਨਹੀਂ ਸੀ ਮਹਾਰਾਜ ਨੂੰ ਜਾਣ ਦਾ, ਉਹ ਜਿਹੜੇ ਅੰਦਰ ਬੈਠੇ ਪੁਕਾਰਾਂ ਕਰਦੇ ਆ ਉਹਨਾਂ ਦੀ ਪੁਕਾਰ ਨੂੰ ਸੁਣ ਕੇ ਮਹਾਰਾਜ ਨੇ ਉਹਨਾਂ ਨੂੰ ਸਦਾ ਲਈ ਆਜ਼ਾਦ ਕਰਾਉਣਾ ਸੀ। ਪਰ ਅਸੀਂ ਅਕਿਰਤ ਕਣ ਹਾਂ। ਗੁਰੂ ਸਾਹਿਬ ਤਾਂ ਕਦਮ ਕਦਮ ਤੇ ਬਖਸ਼ਿਸ਼ਾਂ ਵਰਤਾਉਂਦੇ ਆ, ਪਰ ਅਸੀਂ ਉਹਨਾਂ ਦੀਆਂ ਬਖਸ਼ਿਸ਼ਾਂ ਭੁੱਲ ਕੇ ਫਿਰ ਅਕਿਰਤ ਕਣ ਹੋ ਜਾਂਦੇ ਆ। ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਕਢਾਉਂਦੇ ਆ, ਅੱਗੋਂ ਉਹਨਾਂ ਦੀ ਉਹੀ ਔਲਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕਰਦੀ ਹੈ, ਉਹੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲੈਂਦੇ ਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕਹਿੰਦੇ ਇੱਕ ਚੱਕੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਲਿਆ ਕੇ ਵੀ ਰੱਖ ਦਿੱਤੀ ਹੈ। ਕਹਿਓ ਦਰਹੋ ਦਾਨਾ ਦੁਰਤ ਕਰਕੇ, ਔਰ ਕਹਿਓ ਬੜੇ ਜ਼ੋਰ ਨਾਲ ਗਿਆ। ਹੁਣ ਜਿਹਨੂੰ ਮੁਗਲ ਨੂੰ ਸਮਝ ਸੀ ਉਹ ਤੇ ਬਾਬਰ ਕੋਲ ਗਿਆ ਦੱਸਣ ਲਈ, ਪਰ ਸਿਪਾਹੀਆਂ ਨੂੰ ਨਹੀਂ ਸੀ ਪਤਾ ਇਹ ਦਰਵੇਸ਼ ਹੈ। ਬੜਾ ਕਰੜਾ ਬੋਲ ਆਖਿਆ, ਕਹਿੰਦੇ ਦਰਹੋ ਦਾਨਾ, ਛੇਤੀ ਕਰੋ, ਇਹ ਚੱਕੀ ਚਲਾਓ, ਇਹਦੇ ਵਿੱਚ ਦਾਣੇ ਪਾਓ ਤੇ ਦਾਣੇ ਜਲਦੀ ਜਲਦੀ ਪੀਸਣਾ ਕਰੋ। ਹਮ ਮਿਲ ਧਰਨਾ ਲਗੇ ਦੁੱਤ ਦਾਨਾ, ਕਹਿੰਦੇ ਹਮ ਮਿਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਕਹਿੰਦੇ ਅਸੀਂ ਤੇ ਦਾਣੇ ਪਾ ਕੇ ਚੱਕੀ ਵਿੱਚ ਤੇ ਚੱਕੀ ਚਲਾਉਣ ਲੱਗ ਪਏ। ਜਿਉ ਨਰ ਨਾਰ ਕਰਤ ਤੈ ਠਾਨਾ, ਸਾਰੇ ਨਰ ਨਾਰੀ ਜਿੰਨੇ ਵੀ ਉੱਥੇ ਇਸਤਰੀ ਪੁਰਸ਼ ਬੰਦੀ ਬਣਾਏ ਗਏ ਸਾਰੇ ਡਰੇ ਹੋਏ ਸਨ ਤੇ ਸਾਰਿਆਂ ਨੇ ਚੱਕੀ ਚਲਾ ਦਾਣੇ ਪੀਸਣੇ ਸ਼ੁਰੂ ਕਰ ਦਿੱਤੇ। ਸ੍ਰੀ ਗੁਰ ਚਾਕੀ ਹੱਥ ਨ ਲਾਵੇ, ਧੰਨ ਗੁਰੂ ਨਾਨਕ ਸਾਹਿਬ ਜੀ ਬੈਠੇ ਆ ਚੌਂਕੜਾ ਮਾਰ ਕੇ, ਚੱਕੀ ਅੱਗੇ ਪਈ ਆ, ਦਾਣੇ ਵੀ ਪਏ ਆ, ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਬੈਠੇ ਨੇ ਆਰਾਮ ਨਾਲ। ਨਿਜ ਕਰ ਸੋ ਦਾਨਾ ਮਤ ਪਾਵੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ੍ਰੀ ਗੁਰੂ ਚਾਕੀ ਹੱਥ ਨਾ ਲਾਵੇ। ਉਹ ਚੱਕੀ ਨੂੰ ਹੱਥ ਨਹੀਂ ਲਾ ਰਹੇ, ਕੀ ਕਰ ਰਹੇ?
ਰਿਹਾ, ਬਸ ਉਹ ਦਾਣੇ ਲੈ ਕੇ ਉਸ ਚੱਕੀ ਦੇ ਵਿੱਚ ਪਾ ਰਹੇ ਹਨ। ਸੇ ਘਰ ਫਿਰੇ ਆਪ ਹੀ ਸੋਈ ਸ਼ੀਗਰ ਫਿਰ ਹੈ, ਹੁਣ ਮਹਾਰਾਜ ਨੇ ਚੱਕੀ ਕੋਈ ਚਲਾਈ ਨਹੀਂ, ਸਿਰਫ ਦਾਣੇ ਪਾਏ, ਚੱਕੀ ਕਹਿੰਦੇ ਆਪੇ ਹੀ ਚੱਲਦੀ ਹੈ। ਬਿਸਮ ਬਿਲੋਕ ਹੈ ਤਹ ਸਭ ਤੇ ਜਦੋਂ ਕੋਈ ਚੱਕੀ ਆਪੇ ਹੀ ਘੁੰਮਣ ਲੱਗ ਪਈ, ਸਿਪਾਹੀ ਵੀ ਉਹਨਾਂ ਦੀਆਂ ਅੱਖਾਂ ਵੀ ਖੁੱਲ ਗਈਆਂ ਵੀ ਇਹ ਕੀ ਬਣ ਗਿਆ, ਲੋਕ ਵੀ ਵੇਖ ਕੇ ਹੈਰਾਨ ਹੋ ਗਏ। ਇਤਨੇ ਮਹਿ ਬਾਬਰ ਚਲ ਆਇਓ ਹੁਣ ਉਹ ਬਾਬਰ ਜੀ ਨੂੰ ਜਾ ਕੇ ਉਸ ਮੁਗਲ ਨੇ ਦੱਸਿਆ ਸੀ ਵੀ ਮੈਂ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਆਇਆ ਉਹਨਾਂ ਵਿੱਚ ਇੱਕ ਦਰਵੇਸ਼ ਵੀ ਆਇਆ ਹੈ। ਕਹਿੰਦੇ ਨੇ ਉਹ ਚੱਕੀ ਚੱਲ ਰਹੀ ਹੈ, ਮਹਾਰਾਜ ਦਾਣੇ ਪਾਉਂਦੇ ਆ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਜਿੰਨੇ ਵੀ ਬੰਦੀ ਲੋਕ ਨੇ ਸਾਰੇ ਚੱਕੀ ਚਲਾ ਰਹੇ ਆ। ਇਤਨੇ ਮੈਂ ਬਾਬਰ ਚੱਲੇ ਆਇਓ, ਇੰਨੇ ਵਿੱਚ ਬਾਬਰ ਚੱਲ ਕੇ ਆਇਆ ਹੈ। ਚਰਨ ਕਮਲ ਪਰ ਸੀਸ ਨਵਾਇਓ ਕਹਿੰਦੇ ਨੇ ਦੇਖਿਆ ਉਹ ਮਾਹੌਲ ਵੇਖਿਆ, ਜਦੋਂ ਉਹ ਮਾਹੌਲ ਵੇਖਿਆ ਨਾ ਤੇ ਕਹਿੰਦੇ ਨੇ ਇਹਦੀ ਅੰਦਰ ਐਸੀ ਅੰਦਰ ਭਾਵਨਾ ਜਾਗੀ ਕਿ ਇਹਦਾ ਸੀਸ ਝੁਕ ਗਿਆ। ਸ੍ਰੀ ਨਾਨਕ ਅਵਲੋਕ ਕੇ ਬੋਲੇ ਸਤਿਗੁਰੂ ਮਹਾਰਾਜ ਨੇ ਜਦੋਂ ਬਾਬਰ ਵੱਲ ਵੇਖਿਆ ਤੇ ਸਤਿਗੁਰੂ ਮਹਾਰਾਜ ਜੀ ਇਹਦੇ ਵੱਲ ਵੇਖਦਿਆਂ ਸ਼ਬਦ ਉਠਾਏ ਉਸ ਵੇਲੇ ਫਿਰ ਸਾਹਿਬ ਨੇ ਇੱਕ ਸ਼ਬਦ ਜਿਹੜਾ ਉਹ ਗਾਇਨ ਕੀਤਾ ਹੈ। ਸਭ ਲੋਕ ਨਕੀ ਜਸ ਦਸਾ ਤਸ ਤਬ ਦੀ ਨਿਸਨਾਏ ਜੋ ਉਸ ਵੇਲੇ ਲੋਕਾਂ ਦੀ ਦਸ਼ਾ ਹੋਈ, ਜੋ ਉਸ ਵੇਲੇ ਉਹਨਾਂ ਦੀ ਹਾਲਤ ਹੋਈ, ਉਹ ਸਾਰਾ ਕੁਝ ਇਸ ਸ਼ਬਦ ਵਿੱਚ ਬਿਆਨ ਕਰਨਾ ਹੈ। ਜਿਹੜਾ ਸ਼ਬਦ ਹੈ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਦੂਰ, ਇਹ ਮਹਾਰਾਜ ਨੇ ਉੱਥੇ ਸ਼ਬਦ ਜਿਹੜਾ ਸੀ ਗਾਉਣਾ ਸ਼ੁਰੂ ਕਰ ਦਿੱਤਾ। ਬਾਬਰ ਹੱਥ ਜੋੜ ਕੇ ਖਲੋਤਾ ਹੈ। ਹੁਣ ਇਹ ਸ਼ਬਦ ਕਿਵੇਂ ਮਹਾਰਾਜ ਜੀ ਗਾਉਂਦੇ ਨੇ, ਇਸ ਸ਼ਬਦ ਦੇ ਅਰਥ ਕੀ ਨੇ, ਉਹ ਅਗਲੇਰੇ ਸਮੇਂ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਮਹਾਰਾਜ ਜੀ ਕੀ ਰਹਿਮਤ ਵਰਤਾਉਂਦੇ ਨੇ, ਇਹ ਅਗਲੇਰੇ ਪ੍ਰਸੰਗ ਵਿੱਚ ਸਮਝਣ ਦਾ ਯਤਨ ਕਰਾਂਗੇ। ਅਰਦਾਸ ਕਰੋ ਕਿ ਗੁਰੂ ਪਾਤਸ਼ਾਹ ਕਦੇ ਵੀ ਦੁਨੀਆ ਦੇ ਮਾਇਆਵੀ ਪਦਾਰਥ ਲੈ ਕੇ ਅੰਦਰ ਕਮੰਡ ਨਾ ਆਵੇ, ਹੰਕਾਰ ਨਾ ਆਵੇ। ਅਸੀਂ ਕਦੇ ਆਪਣੇ ਆਪ ਨੂੰ ਵੱਡਾ ਨਾ ਅਖਾਈਏ। ਇਹ ਧਨ ਪਦਾਰਥਾਂ ਦੀ ਖੇਡ ਪਲਾਂ ਵਿੱਚ ਵਰਤ ਜਾਂਦੀ ਹੈ। ਪਲਾਂ ਵਿੱਚ ਹੀ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਪਲ ਅੱਖ ਝਮਕਦਿਆਂ ਰਾਜਾ ਭਿਖਾਰੀ ਹੋ ਜਾਂਦਾ ਹੈ ਤੇ ਅੱਖ ਝਮਕਦਿਆਂ ਭਿਖਾਰੀ ਰਾਜਾ ਬਣ ਜਾਂਦਾ ਹੈ। ਇਸ ਲਈ ਉਸ ਕਰਤੇ ਦੇ ਭੈ ਵਿੱਚ ਚਲੋ, ਆਪਣੇ ਆਪ ਨੂੰ ਵੱਡਾ ਅਖਾ ਕੇ ਦੂਜਿਆਂ ਨੂੰ ਭੈ ਨਾ ਦਈਏ। ਅਸੀਂ ਕਰਤੇ ਦੇ ਭੈ ਵਿੱਚ ਚੱਲ ਕੇ ਅਰਦਾਸ ਕਰੀਏ, ਦਾਤਾ ਜੀ ਤੁਹਾਡੇ ਗੋਲੇ ਬਣਨ ਆਏ ਆ, ਕੋਈ ਹੰਕਾਰ ਰੱਖ ਕੇ ਨਹੀਂ ਆਏ। ਅਸੀਂ ਸੇਵਾਦਾਰ ਸੇਵਕ ਬਣਨ ਲਈ ਤੁਹਾਡੇ ਘਰ ਆਏ ਆ ਤੇ ਸਾਡੇ ਤੇ ਇਹ ਰਹਿਮਤ ਕਰ ਦਿਓ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਕਰ ਕੇ ਗੋਲੇ ਨਾਨਕ ਕਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਨ ਸੁਹੇਲੇ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਰਾਖੋ ਰਾਖਨ ਹਾਰ ਦਇਆਲਾ, ਰਾਖੋ ਰਾਖਨ ਹਾਰ ਦਇਆਲਾ, ਰਾਖੋ ਰਾਖਨ ਹਾਰ ਦਇਆਲਾ। ਰਾਖੋ ਰਾਖਨ ਹਾਰ ਦਇਆਲਾ, ਰਾਖੋ ਰਾਖਨ ਹਾਰ ਦਇਆਲਾ। ਰਾਖੋ ਰਾਖਨ ਹਾਰ ਦਇਆਲਾ, ਰਾਖੋ ਰਾਖਨ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਕਰ ਕੇ ਗੋਲੇ, ਨਾਨਕ ਕਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਕਰ ਕੇ ਗੋਲੇ, ਨਾਨਕ ਕਰ ਕੇ ਗੋਲੇ। ਇਹ ਅਰਦਾਸ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਕਰੀਏ। ਨਿਮਾਣੇ ਨਿਤਾਣੇ ਨਿਆਸਰੇ ਹੋ ਕੇ ਗੁਰੂ ਸਾਹਿਬ ਦੇ ਦਰ ਤੇ ਆਈਏ ਤਾਂ ਕਿ ਨਿਮਾਣਿਆਂ ਨੂੰ ਮਾਣ ਮਿਲ ਜਾਏ, ਨਿਤਾਣਿਆਂ ਨੂੰ ਤਾਣ ਮਿਲ ਜਾਏ, ਨਿਆਸਰਿਆਂ ਨੂੰ ਆਸਰਾ ਮਿਲ ਜਾਏ। ਬਾਣੀ ਦੇ ਧਾਰਨੀ ਬਣੀਏ। ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀਆਂ ਦੀ ਸੰਭਾਲ ਕਰੀਏ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।